ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਤੁਹਾਡਾ ਗੁਰਮਤ ਕਲਾਸ ਵਿੱਚ। ਆਪ ਸਭ ਵੀਰਾਂ ਭੈਣਾਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਸਾਰੇ ਹੀ ਵੀਰ ਭੈਣਾਂ ਮਿਲ ਕੇ ਅਸੀਂ ਆਨਲਾਈਨ ਜਪਜੀ ਸਾਹਿਬ ਜੀ ਦੀ ਵਿਚਾਰ ਇੱਕ ਦੂਜੇ ਦੇ ਨਾਲ ਸਾਂਝੀ ਕਰ ਰਹੇ ਹਾਂ। ਕੱਲ ਤੱਕ ਅਸੀਂ 6 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਪਿਛਲੀ ਪੌੜੀ ਵਿੱਚ ਅਸਾਂ ਵਿਚਾਰਿਆ ਸੀ ਕਿ ਤੀਰਥਾਂ ਆਦਿਕ ਤੇ ਇਸ਼ਨਾਨ ਕਰਨ ਦੇ ਨਾਲ ਕਦੇ ਵੀ ਮਨੁੱਖ ਦੇ ਅੰਦਰ ਆਤਮਕ ਉੱਚਤਾ ਨਹੀਂ ਆਉਂਦੀ। ਪ੍ਰਭੂ ਦੇ ਗੁਣਾਂ ਦੇ ਧਾਰਨੀ ਹੋਣ ਦੇ ਨਾਲ ਹੀ ਮਨੁੱਖ ਉੱਚੀ ਸੁੱਚੀ ਜ਼ਿੰਦਗੀ ਜੀ ਸਕਦਾ ਹੈ। ਤੇ ਨਾਲ ਅਸੀਂ ਇਹ ਵਿਚਾਰਿਆ ਸੀ ਕਿ ਹਰ ਮਨੁੱਖ ਦੇ ਅੰਦਰ ਗੁਣਾਂ ਦਾ ਅਥਾਹ ਅਨੰਤ ਭੰਡਾਰ ਹੈ। ਅਮੋਕ ਔਰ ਅਮਿਣਵੇਂ ਗੁਣ ਹਰ ਇਨਸਾਨ ਦੇ ਅੰਦਰ ਮੌਜੂਦ ਨੇ। ਕੇਵਲ ਉਹਨਾਂ ਨੂੰ ਵਰਤਣਾ ਆਉਣਾ ਚਾਹੀਦਾ ਹੈ। ਤੇ ਉਹਨਾਂ ਗੁਣਾਂ ਦੇ ਨਾਲ ਸਾਡੀ ਸਾਂਝ ਕਿਵੇਂ ਪੈਂਦੀ ਹੈ? ਗੁਰੂ ਦੇ ਸ਼ਬਦ ਰਾਹੀਂ, ਯਾਨੀ ਗੁਰੂ ਤੋਂ ਗਿਆਨ ਲੈ ਕੇ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਕੇ। ਗੁਰੂ ਜੀ ਨੇ ਸਾਨੂੰ ਬੜੇ ਪਿਆਰ ਦੇ ਨਾਲ ਬਾਣੀ ਵਿੱਚ ਸਮਝਾਇਆ ਹੈ, ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਏ ਪਨਿਹਾਰੀ। ਕਿ ਹਰ ਇਨਸਾਨ ਦੇ ਅੰਦਰ ਆਤਮਕ ਜੀਵਨ ਦੇਣ ਵਾਲੇ ਨਾਮ ਜਲ ਦਾ ਖੂਹ ਭਰਿਆ ਪਿਆ, ਸੁੱਖਾਂ ਦਾ ਖੂਹ ਭਰਿਆ ਪਿਆ। ਜਿੰਨਾ ਮਰਜ਼ੀ ਕੋਈ ਬੰਦਾ ਪਾਣੀ ਪੀ ਸਕਦਾ ਹੈ ਖੂਹ ਚੋਂ। ਦੇਖੋ, ਸਰੋਵਰ ਦਾ ਔਰ ਖੂਹ ਦਾ ਫਰਕ ਹੁੰਦਾ ਹੈ। ਸਰੋਵਰ ਦੇ ਵਿੱਚ ਪਾਣੀ ਬਾਹਰੋਂ ਪਾਣਾ ਪੈਂਦਾ ਹੈ, ਟੈਂਕੀ ਦੇ ਵਿੱਚ ਪਾਣੀ ਬਾਹਰੋਂ ਪਾਣਾ ਪੈਂਦਾ ਹੈ। ਤੇ ਜੇ ਬਾਹਰੋਂ ਨਾ ਪਾਇਆ ਜਾਏ, ਵਰਤੀਏ ਤੇ ਖਤਮ ਹੋ ਜਾਂਦਾ ਹੈ। ਪਰ ਖੂਹ ਦੇ ਵਿੱਚ ਬਾਹਰੋਂ ਪਾਣੀ ਨਹੀਂ ਪਾਣਾ ਪੈਂਦਾ, ਜਿੰਨਾ ਮਰਜ਼ੀ ਵਰਤੀ ਜਾਓ ਅੰਦਰੋਂ ਹੋਰ ਆਈ ਜਾਂਦਾ ਹੈ। ਪਰ ਖੂਹ ਦੇ ਵਿੱਚੋਂ ਪਾਣੀ ਪੀਣ ਵਾਸਤੇ ਰੱਸੀ ਬਾਲਟੀ ਦੀ ਲੋੜ ਪੈਂਦੀ ਹੈ। ਐਵੇਂ ਸਾਡੇ ਅੰਦਰ, ਹਰ ਇਨਸਾਨ ਦੇ ਅੰਦਰ ਸ਼ੁਭ ਗੁਣਾਂ ਦੇ ਅਥਾਹ ਭੰਡਾਰ ਭਰੇ ਪਏ ਨੇ। ਪਰ ਉਸ ਅਥਾਹ ਭੰਡਾਰ ਨੂੰ ਅਸੀਂ ਕਿਵੇਂ ਵਰਤ ਸਕਦੇ ਹਾਂ? ਗੁਰੂ ਦੇ ਸ਼ਬਦ ਰਾਹੀਂ। ਗੁਰੂ ਜੀ ਦਾ ਪਾਵਨ ਬਚਨ ਹੈ, ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਏ ਪਨਿਹਾਰੀ। ਗੁਰੂ ਸ਼ਬਦ ਰਾਹੀਂ ਕੋਈ ਵੀ ਮਨੁੱਖ ਆਪਣੇ ਅੰਦਰੋਂ ਇਹਨਾਂ ਸ਼ੁਭ ਗੁਣਾਂ ਨੂੰ ਪ੍ਰਾਪਤ ਕਰ ਸਕਦਾ ਹੈ। ਔਰ ਹਰ ਇਨਸਾਨ ਦੇ ਅੰਦਰ ਅਥਾਹ ਅਥਾਹ ਗੁਣ ਨੇ। ਇਸ ਲਈ ਗੁਰੂ ਦੀ ਸਿੱਖਿਆ ਦੀ ਲੋੜ ਹੈ। ਤੇ ਨਾਲ ਸਾਨੂੰ ਪਿਛਲੀ ਪੌੜੀ ਵਿੱਚ ਗੁਰੂ ਜੀ ਨੇ ਸਮਝਾਇਆ ਸੀ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕਿ ਹੇ ਪ੍ਰਭੂ, ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਦਾਤਾ ਸਿਰਫ ਇੱਕ ਹੈ, ਹੋਰ ਕੋਈ ਦਾਤਾ ਨਹੀਂ ਦੇ ਸਕਦਾ। ਇੱਕੋ ਹੀ ਦਾਤਾਂ ਦੇਣ ਵਾਲਾ, ਇੱਕੋ ਹੀ ਹੈ ਉਸ ਦਾ ਸਿਸਟਮ, ਇੱਕੋ ਹੀ ਹੈ ਸਾਰਿਆਂ ਵਾਸਤੇ ਉਸ ਪ੍ਰਭੂ ਦਾ ਨਿਯਮ। ਇਹ ਗੱਲ ਮੈਨੂੰ ਭੁੱਲੇ ਨਾ, ਸੋ ਮੈਂ ਵਿਸਰ ਨਾ ਜਾਈ, ਇਹ ਗੱਲ ਮੈਨੂੰ ਭੁੱਲ ਨਾ ਜਾਏ। ਆਓ ਹੁਣ 7ਵੀਂ ਪੌੜੀ ਦੀ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰਦੇ ਹਾਂ। ਪਹਿਲਾਂ ਇਸ ਪੌੜੀ ਦਾ ਮੈਂ ਪਾਠ ਆਪ ਨੂੰ ਸਰਵਣ ਕਰਾ ਦਿਆਂ। ਜੇ ਜੁਗ ਚਾਰੇ ਆਰਜਾ, ਹੋਰ ਦਸੋਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵਈ, ਤਾਂ ਵਾਤ ਨਾ ਪੁੱਛੈ ਕੇ। ਕੀਟਾਂ ਅੰਦਰ ਕੀਟ ਕਰ ਦੋਸ਼ੀ, ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ। ਗੁਣਵੰਤਿਆਂ ਗੁਣ ਦੇ, ਤੇਹਾ ਕੋਇ ਨਾ ਸੁਝਈ, ਜੇ ਤਿਸ ਗੁਣ ਕੋਇ ਕਰੇ। ਤਾਂ ਸਭ ਤੋਂ ਪਹਿਲੀ ਪੰਕਤੀ, ਜੇ ਜੁਗ ਚਾਰੇ ਆਰਜਾ ਦੇ ਵਿੱਚ ਜੇ ਤੇ ਅਰਧ ਵਿਸ਼ਰਾਮ ਲਗਾਉਣਾ ਹੈ, ਕੋਮਾ। ਜੇ ਜੁਗ ਚਾਰੇ ਆਰਜਾ, ਇੱਥੇ ਵਿਸ਼ਰਾਮ ਲਗਾਉਣਾ ਹੈ। ਹੋਰ ਦਸੂਣੀ ਹੋਏ, ਆਰਜਾ ਦਾ ਮਤਲਬ ਉਮਰ, ਜੇ ਦਾ ਮਤਲਬ ਜੇਕਰ। ਸਪੋਜ਼, ਮੰਨ ਲਓ ਕਿ ਕਿਸੇ ਦੀ 4 ਯੁਗਾਂ ਦੀ ਉਮਰ ਹੋ ਜਾਏ, ਯਾਨੀ ਲੱਖਾਂ ਸਾਲਾਂ ਦੀ ਉਮਰ ਹੋ ਜਾਏ। ਹੋਰ ਦਸੂਣੀ ਹੋਏ ਤੇ 4 ਯੁਗਾਂ ਤੋਂ ਵੀ 10 ਗੁਣੀ ਹੋਰ ਲੰਬੀ ਹੋ ਜਾਏ। ਜੇ ਸ਼ਬਦ ਨੂੰ ਨਾਲ ਸਮਝ ਲੈਣਾ। ਜੇ ਸਪੋਜ਼, ਮੰਨ ਲਓ ਕਿ 4 ਯੁਗਾਂ ਦੀ ਕਿਸੇ ਦੀ ਉਮਰ ਹੋ ਜਾਏ, ਇਸ ਤੋਂ ਵੀ 10 ਗੁਣਾ ਹੋਰ ਜ਼ਿਆਦਾ ਹੋ ਜਾਏ। ਦੂਜੀ ਗੱਲ ਕਹਿ ਰਹੇ ਨੇ, ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲੇ ਸਭ ਕੋਏ। ਇਹਨੂੰ ਨਵਾਂ ਨਹੀਂ ਪੜ੍ਹਨਾ, ਬਿੰਦੀ ਲਗਾ ਕੇ ਨਵਾਂ।
नौ खंड पृथ्वी यानी सारी कायनात अंदर, सारी सृष्टि दे अंदर ਉਹਦਾ नाम भी जानिया जाए, इना ਉਹ मशहूर भी हो जाए। नाल चले सब कोई ते हर बंदा ਉਹਦੇ ਨਾਲ ਤੁਰੇ, यानी ਉਹਦੀ सपोर्ट करे, ਉਹਦੀ ਗੱਲ ਨੂੰ ਮੰਨੇ। चंगा नाम रखाए कै, अपना नाम भी बड़ा चंगा रखा लवे, ਉਹਦਾ नाम सुनदियां ही लोकी कहण कि बड़ा चंगा है, बड़ा चंगा है, लोग चंगा चंगा भी कहण। जस कीरत जग ले, जस कीरत ਦਾ मतलब शोभा, जगत ਦੇ अंदर जग ਵਿੱਚ संसार ਵਿੱਚ शोभा भी ਉਹਦੀ ਹੋ ਜਾਏ, ਉਹਦੀ शोभा भी ਹੋਵੇ, ਲੋਕ ਉਹਨੂੰ ਚੰਗਾ ਚੰਗਾ ਵੀ ਕਹਿਣ। ਪਰ ਗੁਰੂ ਜੀ ਕਹਿੰਦੇ ਨੇ ਜੇ ਤਿਸ ਨਦਰ ਨਾ ਆਵਈ, ਜੇ ਉਹ ਰੱਬ ਦੀ ਨਜ਼ਰ ਨਹੀਂ ਪਿਆ, ਰੱਬ ਦੀ ਰਹਿਮਤ ਦਾ ਪਾਤਰ ਨਹੀਂ ਬਣਿਆ, ਤਾਂ ਬਾਤ ਨਾ ਪੁੱਛੇ ਕਿ, ਤਾਂ ਉਹਦੀ ਕੋਈ ਬਾਤ ਵੀ ਨਹੀਂ ਪੁੱਛਦਾ। ਉਹ ਉਸ ਇਨਸਾਨ ਵਰਗਾ ਹੈ ਜਿਸ ਦੀ ਕੋਈ ਬਾਤ ਵੀ ਨਹੀਂ ਪੁੱਛ ਰਿਹਾ। ਹੁਣ ਆਓ ਅਸੀਂ ਇਸ ਚੀਜ਼ ਨੂੰ ਹਰ ਲਾਈਨ ਦੇ ਨਾਲ ਵਿਚਾਰਨ ਦਾ ਯਤਨ ਕਰੀਏ। ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ, ਜੇ ਕੋਈ ਇਨਸਾਨ ਰੱਬੀ ਰਹਿਮਤ ਦਾ ਪਾਤਰ ਨਹੀਂ ਬਣਿਆ ਤਾਂ ਸਮਾਂ ਆਉਣ ਤੇ ਉਹਦੀ ਕੋਈ ਬਾਤ ਵੀ ਨਹੀਂ ਪੁੱਛਦਾ। ਉਹ ਐਸਾ ਇਨਸਾਨ, ਇੱਕ ਘਟੀਆ ਇਨਸਾਨ ਹੋਏਗਾ, ਨੀਵਾਂ ਇਨਸਾਨ ਹੋਏਗਾ, ਜੋ ਮਰਜ਼ੀ ਸ਼ਬਦ ਆਪ ਉਹਦੇ ਵਾਸਤੇ ਵਰਤ ਸਕਦੇ ਹੋ। ਤਾਂ ਇੱਥੇ ਹੁਣ ਗੁਰਦੇਵ ਪਾਤਸ਼ਾਹ ਜੀ ਕਹਿ ਰਹੇ ਨੇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਜੇ ਬਹੁਤ ਲੰਬੀ ਉਮਰ ਹੋਵੇ, ਹਰ ਬੰਦਾ ਚਾਹੁੰਦਾ ਹੈ ਨਾ ਕਿ ਮੇਰੀ ਉਮਰ ਲੰਬੀ ਹੋਵੇ, ਪਰ ਇੱਥੇ ਅਹਿਮੀਅਤ ਲੰਬੀ ਉਮਰ ਦੀ ਨਹੀਂ ਹੈ, ਅਹਿਮੀਅਤ ਜੀਵਨ ਜੀਣ ਦੇ ਢੰਗ ਦੀ ਹੈ, ਕੀਮਤ ਜੀਵਨ ਜੀਣ ਦੇ ਢੰਗ ਦੀ ਹੈ। ਛੋਟੇ ਸਾਹਿਬਜ਼ਾਦਿਆਂ ਦੀ ਉਮਰ ਕਿੰਨੀ ਕੁ ਹੈ? 6 ਸਾਲ ਔਰ 8 ਸਾਲ। ਤੇ ਦੂਜੇ ਪਾਸੇ ਵਜ਼ੀਰ ਖਾਂ ਦੀ ਉਮਰ ਕਿੰਨੀ ਹੈ? ਗੰਗੂ ਦੀ ਉਮਰ ਕਿੰਨੀ ਹੈ? ਇੱਕ ਉਸੇ ਉਮਰ ਦੇ ਅੰਦਰ ਕਿੱਡੀ ਵੱਡੀ ਕੁਰਬਾਨੀ ਕਰ ਰਹੇ ਨੇ, ਕਿੱਡੇ ਵੱਡੇ ਸਾਕਾ ਉਹਨਾਂ ਨੇ ਵਰਤਾਇਆ ਹੈ, ਤੇ ਦੂਜੇ ਪਾਸੇ ਵੱਡੀ ਉਮਰ ਦੇ ਲੋਕ ਕਿਵੇਂ ਮਾਸੂਮ ਬੱਚਿਆਂ ਦੇ ਉੱਤੇ ਅਤਿਆਚਾਰ ਕਰ ਰਹੇ ਨੇ। ਤਾਂ ਵੈਲਿਊ ਉਮਰ ਦੀ ਤੇ ਨਾ ਹੋਈ, ਵੈਲਿਊ ਜੀਵਨ ਜੀਣ ਦੇ ਢੰਗ ਦੀ ਹੈ। 5 ਸਾਲ ਦਾ ਬੱਚਾ ਪ੍ਰਹਿਲਾਦ, ਬੇਸ਼ੱਕ ਮਿਥਿਹਾਸਕ ਮਿਥ ਹੈ, ਮਿਥਿਹਾਸ ਹੈ, 5 ਸਾਲ ਦਾ ਬੱਚਾ ਪ੍ਰਹਿਲਾਦ ਕਹਿੰਦਾ ਹੈ ਕਿ ਜਗਤ ਦੇ ਕਣ ਕਣ ਵਿੱਚ ਰੱਬ ਵਸਿਆ ਹੋਇਆ ਹੈ, ਸਿਆਣਿਆਂ ਵਾਲੀ ਗੱਲ ਕਰਦਾ ਪਿਆ। ਪਰ 80 ਸਾਲ ਦਾ ਬਜ਼ੁਰਗ ਬੁੱਢਾ ਹਰਨਾਕਸ਼ ਕਹਿ ਰਿਹਾ ਕਿ ਜਲ ਥਲ ਵਿੱਚ ਹਰਨਾਕਸ਼ ਹੀ ਹੈ, ਮੈਂ ਹੀ ਹਾਂ ਸਾਰਾ ਕੁਝ। ਤਾਂ ਵੈਲਿਊ ਉਮਰ ਦੀ ਤੇ ਨਾ ਹੋਈ। ਇਸ ਦੁਨੀਆ ਦੇ ਅੰਦਰ ਕੋਈ ਉਮਰ ਕਿਵੇਂ ਗੁਜ਼ਾਰੇਗਾ? ਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਬੜਾ ਪਿਆਰਾ ਬਚਨ ਕੀਤਾ ਹੈ, ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਅਰਜਾਰੀ ਦਾ ਮਤਲਬ ਆਰਜਾ, ਉਮਰ। ਉਮਰ ਸੱਪ ਦੀ ਵੀ ਬੜੀ ਲੰਬੀ ਹੁੰਦੀ ਹੈ, ਉਮਰ ਸ਼ਹਿਦ ਦੀ ਮੱਖੀ ਦੀ ਥੋੜੀ ਘੱਟ ਹੁੰਦੀ ਹੈ। ਸੱਪ ਸਾਰੀ ਜ਼ਿੰਦਗੀ ਜ਼ਹਿਰ ਇਕੱਠੀ ਕਰਦਾ ਹੈ। ਸੱਪੇ ਦੁੱਧ ਪਿਆਈਏ, ਜੇ ਸੱਪ ਦੀ ਸੇਵਾ ਵੀ ਕਰੋਗੇ ਤਾਂ ਵੀ ਸੱਪ ਡੰਗ ਹੀ ਮਾਰੇਗਾ, ਉਹਦੇ ਅੰਦਰ ਜ਼ਹਿਰ ਹੀ ਪੈਦਾ ਹੋਏਗਾ। ਪਿੱਛੇ ਜੇ ਇੱਕ ਅਖਬਾਰਾਂ ਵਿੱਚ ਆਪਨੇ ਖਬਰ ਪੜ੍ਹੀ ਹੋਏਗੀ ਕਿ ਇੱਕ ਸੱਪ ਪਾਲਿਆ ਹੋਇਆ ਸੀ ਬੀਬੀ ਨੇ, ਅਜਗਰ, ਬਹੁਤ ਵੱਡਾ ਸੱਪ ਸੀ, ਤੇ ਉਹ ਸੱਪ ਦੇ ਨਾਲ ਹੀ ਉਸਨੇ ਆਪਣੇ ਨਾਲ ਹੀ ਉਸਨੂੰ ਮੰਜੇ ਤੇ ਪਾਣਾ, ਸੱਪ ਦੇ ਨਾਲ ਰਹਿਣਾ, ਸੱਪ ਦੇ ਨਾਲ ਖੇਲਣਾ, ਸੱਪ ਦੇ ਨਾਲ ਬਹੁਤ ਪਿਆਰ ਸੀ ਉਸਦਾ, ਤੇ ਸੱਪ ਵੀ ਉਹਦੇ ਨਾਲ ਬਹੁਤ ਪਿਆਰ ਕਰਦਾ ਸੀ। ਸੱਪ ਕਾਫੀ ਵੱਡਾ ਹੋ ਗਿਆ ਸੀ ਤੇ ਉਸ ਸੱਪ ਨੇ ਉਸ ਬੀਬੀ ਦੀਆਂ ਬਾਹਾਂ ਤੇ ਉਹਦੇ ਗਲ ਦੁਆਰੇ ਵਲੇਂਗਣੇ ਪਾਣੇ ਸ਼ੁਰੂ ਕਰ ਦਿੱਤੇ, ਤੇ ਬੀਬੀ ਸਮਝਦੀ ਸੀ ਕਿ ਮੇਰੇ ਨਾਲ ਸੱਪ ਪ੍ਰੇਮ ਕਰ ਰਿਹਾ ਹੈ। ਆਖਿਰ ਉਸ ਸੱਪ ਨੇ ਕੁਝ ਦਿਨ ਬਾਅਦ ਖਾਣਾ ਛੱਡ ਦਿੱਤਾ, ਜੋ ਵੀ ਉਹਨੂੰ ਖਾਣਾ ਦਿੱਤਾ ਜਾਂਦਾ ਸੀ, ਖੁਰਾਕ ਉਹਨੇ ਛੱਡ ਦਿੱਤੀ। ਤੇ ਇਹ ਬੀਬੀ ਇਸ ਨੂੰ ਡਾਕਟਰ ਕੋਲ ਲੈ ਕੇ ਗਈ, ਜੋ ਜਾਨਵਰਾਂ ਦਾ ਡਾਕਟਰ ਹੈ। ਕਹਿਣ ਲੱਗੀ, ਡਾਕਟਰ ਜੀ ਇਹ ਸੱਪ ਕੁਝ ਦਿਨ ਤੋਂ ਖਾ ਨਹੀਂ ਰਿਹਾ ਤੇ ਐਵੇਂ ਮੇਰੇ ਸਰੀਰ ਦੇ ਚਫੇਰੇ ਵਲੇਂਗਣੇ ਮਾਰਦਾ ਹੈ, ਲੇਕਿਨ ਖਾਂਦਾ ਕੁਝ ਨਹੀਂ। ਡਾਕਟਰ ਹੱਸਿਆ ਤੇ ਕਹਿਣ ਲੱਗਾ, ਬੀਬੀ ਹੁਣ ਇਸ ਸੱਪ ਨੂੰ ਤੂੰ ਜੰਗਲ ਵਿੱਚ ਛੱਡ ਦੇ।
ਕਿਉਂਕਿ ਇਹ ਹੁਣ ਤੈਨੂੰ ਵੇਖ ਰਿਹਾ ਹੈ ਚਾਰ ਚਫੇਰੇ ਵਿਲੰਗਣੇ ਮਾਰ ਕੇ ਕਿ ਕੀ ਮੈਂ ਇਹਨੂੰ ਪਚਾ ਸਕਣਾ, ਇਹਨੂੰ ਖਾ ਸਕਣਾ। ਇਸ ਕਰਕੇ ਇਸਨੇ ਖੁਰਾਕ ਛੱਡ ਦਿੱਤੀ ਹੈ। ਇਹ ਹੁਣ ਤੈਨੂੰ ਖਾ ਕੇ ਪਚਾਣਾ ਚਾਹੁੰਦਾ ਹੈ। ਕਿਸੇ ਦਿਨ ਤੈਨੂੰ ਆਪਣੀ ਲਪੇਟ ਅੰਦਰ ਲੈ ਕੇ ਤੈਨੂੰ ਮਾਰ ਦੇਗਾ ਔਰ ਤੈਨੂੰ ਖਾ ਜਾਏਗਾ। ਹੁਣ ਉਮਰ ਤੇ ਸੱਪ ਦੀ ਵੀ ਬਹੁਤ ਲੰਬੀ ਹੈ ਤੇ ਸੱਪ ਸਾਰੀ ਜ਼ਿੰਦਗੀ ਜ਼ਹਿਰ ਇਕੱਠਾ ਕਰਦਾ ਹੈ। ਉਮਰ ਮਧੂਮੱਖੀ ਦੀ ਥੋੜੀ ਹੈ ਪਰ ਉਹ ਸ਼ਹਿਦ ਇਕੱਠਾ ਕਰ ਰਹੀ ਹੈ। ਵੈਲਿਊ ਉਮਰ ਦੀ ਨਹੀਂ ਹੈ, ਵੈਲਿਊ ਜੀਵਨ ਜੀਣ ਦੇ ਢੰਗ ਦੀ ਹੈ ਕਿ ਅਸੀਂ ਜ਼ਿੰਦਗੀ ਦੇ ਅੰਦਰ ਕਰਾਂਗੇ ਕੀ, ਅਸੀਂ ਜ਼ਿੰਦਗੀ ਦੇ ਵਿੱਚ ਕੀ ਕਰਾਂਗੇ। ਦੇਖੋ ਇਹ ਦੁਨੀਆ ਕਿਵੇਂ ਚੱਲ ਰਹੀ ਹੈ ਰੱਬ ਦੀ ਰਜ਼ਾ ਵਿੱਚ। ਜਦੋਂ ਅਸੀਂ ਵਾਚਦੇ ਹਾਂ ਨਾ ਦੁਨੀਆ ਨੂੰ, ਤਾਂ ਇਸ ਦੁਨੀਆ ਨੂੰ ਕਰੀਬ 2 ਜਾਂ 3% ਲੋਕ ਚਲਾਉਣ ਵਾਲੇ ਹੁੰਦੇ ਨੇ, ਬਾਕੀ 98% ਜਿਹੜੇ ਨੇ ਉਹ ਸਾਰੇ ਫੋਲੋਵਰ ਨੇ। ਜਿਵੇਂ ਡਾਕਟਰ, ਇੰਜੀਨੀਅਰ, ਵਿਗਿਆਨਿਕ, ਮਨੋਵਿਗਿਆਨਿਕ, ਮਨੋਚਿਕਿਤਸਕ, ਐਜੂਕੇਸ਼ਨ ਪਲੈਨਰ, ਇਹ ਲੋਕ ਜਿਹੜੇ ਨੇ ਇਸ ਦੁਨੀਆ ਨੂੰ ਚਲਾ ਰਹੇ ਨੇ, ਇਹ ਖੋਜਾਂ ਕਰ ਰਹੇ ਨੇ। ਬਾਕੀ ਦੇ ਲੋਕ ਫੋਲੋਅਰ ਨੇ। 98% ਲੋਕ ਜ਼ਿੰਦਗੀ ਕਿਵੇਂ ਜੀਂਦੇ ਨੇ, ਜੈਸਾ ਕਿਸੇ ਦਾ DNA, ਜੈਸਾ ਐਕਸਪੀਰੀਅੰਸ, ਉਸੇ ਪਾਸੇ ਹੀ ਉਹਨਾਂ ਦੀ ਸਟਰੈਂਥ ਕੰਮ ਕਰਦੀ ਹੈ। ਕੇਵਲ 2% ਲੋਕ ਨੇ ਜੋ ਇਸ ਚੱਕਰ ਚੋਂ ਬਾਹਰ ਆਉਂਦੇ ਨੇ ਔਰ ਇਸ ਦੁਨੀਆ ਦਾ ਸੰਚਾਲਨ ਕਰਦੇ ਨੇ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਸੰਸਾਰ ਨੂੰ ਇੱਕ ਨਵੀਂ ਸੋਚ ਦੇ ਰਹੇ ਨੇ, ਨਿਵੇਕਲੀ ਸੋਚ ਦੇ ਰਹੇ ਨੇ, ਪੂਰੀ ਦੁਨੀਆ ਤੋਂ ਇੱਕ ਅਲੱਗ ਸੋਚ ਰਹੇ ਨੇ, ਅਲੱਗ ਸੋਚ ਦੇ ਰਹੇ ਨੇ। ਧਰਮ ਦੀ ਦੁਨੀਆ ਵਿੱਚ ਇੱਕ ਨਵੀਂ ਸੋਚ, ਰਾਜਨੀਤਿਕ, ਆਰਥਿਕ, ਧਾਰਮਿਕ, ਸਮਾਜਿਕ ਤੌਰ ਤੇ, ਪਰਿਵਾਰਿਕ, ਵਿਵਹਾਰਕ ਤੌਰ ਤੇ ਨਵੀਂ ਸੋਚ ਦਿੱਤੀ ਹੈ। ਤਾਂ ਇਹ ਦੁਨੀਆ ਉਹਨਾਂ ਲੋਕਾਂ ਕਰਕੇ ਚੱਲ ਰਹੀ ਹੈ ਜੋ 2-3% ਲੋਕ ਅਲੱਗ ਤੋਂ ਸੋਚ ਰਹੇ ਨੇ। ਉਹਨਾਂ ਦੀ ਉਮਰ ਸਫਲੀ ਹੈ ਕਿਉਂਕਿ ਉਹਨਾਂ ਨੇ ਜੀਵਨ ਵਿੱਚ ਕੁਝ ਚੰਗਾ ਕੀਤਾ। ਲੇਕਿਨ ਇਹਨਾਂ ਹੀ ਲੋਕਾਂ ਦੇ ਵਿੱਚ ਜੇ ਅਸੀਂ ਵੇਖੀਏ, ਕੁਝ ਲੋਕ ਸਾਡੀ ਦੁਨੀਆ ਵਿੱਚ ਚੰਗੇ ਨੇ, ਬੇਸ਼ੱਕ ਉਹ ਆਮ ਜ਼ਿੰਦਗੀ ਜੀ ਰਹੇ ਨੇ, ਗ੍ਰਸਤੀ ਜ਼ਿੰਦਗੀ ਜੀ ਰਹੇ ਨੇ, ਉਹਨਾਂ ਦੀ ਸਮਾਜ ਨੂੰ ਕੋਈ ਦੇਣ ਹੈ ਚੰਗੀ। ਲੇਕਿਨ ਕੁਝ ਲੋਕਾਂ ਦੀ ਦੇਣ ਐਸੀ ਹੈ, ਨਸ਼ੇ, ਚੋਰੀਆਂ, ਬੇਈਮਾਨੀਆਂ, ਠੱਗੀਆਂ ਪਹਿਨਾਮੀਆਂ। ਕੁਝ ਵਿਗਿਆਨਿਕ ਨੇ, ਉਹਨਾਂ ਦੀ ਦੁਨੀਆ ਨੂੰ ਬਹੁਤ ਚੰਗੀ ਤੋਂ ਚੰਗੀ ਦੇਣ ਹੈ, ਲੇਕਿਨ ਕਿਤੇ ਐਟਮ ਬੰਬ ਦੀ ਦੇਣ ਵੀ ਕਿਸੇ ਵਿਗਿਆਨਿਕ ਦੀ ਹੈ ਜਿਸ ਨਾਲ ਸਾਰੀ ਦੁਨੀਆ ਤਬਾਹ ਹੋ ਸਕਦੀ ਹੈ। ਤਾਂ ਉਮਰ ਦੀ ਵੈਲਿਊ ਨਹੀਂ ਹੈ, ਵੈਲਿਊ ਹੈ ਜੀਵਨ ਜੀਣ ਦੇ ਢੰਗ ਦੀ। ਹੁਣ ਗੁਰੂ ਜੀ ਕਹਿੰਦੇ ਨੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ। ਜੇ ਕਿਸੇ ਦੀ ਬਹੁਤ ਲੰਬੀ ਉਮਰ ਹੋਵੇ ਤੇ ਜੇ ਉਹ ਰੱਬ ਦੀ ਰਹਿਮਤ ਦਾ ਪਾਤਰ ਨਹੀਂ ਬਣਿਆ, ਰੱਬ ਦੀ ਰਹਿਮਤ ਦਾ ਪਾਤਰ ਕੌਣ ਬਣੇਗਾ? ਜੋ ਰੱਬੀ ਰਜ਼ਾ ਦੇ ਅੰਦਰ ਤੁਰਿਆ, ਰੱਬ ਦੇ ਹੁਕਮ ਭਾਣੇ ਵਿੱਚ ਤੁਰਿਆ ਹੈ, ਜੋ ਰੱਬ ਦੇ ਅੰਦਰ ਸਮਾ ਕੇ ਰੱਬ ਵਰਗਾ ਹੋ ਗਿਆ ਹੈ, ਜੋ ਸਚਿਆਰ ਹੋ ਗਿਆ ਹੈ। ਤੂੰ ਕਰਤਾ ਸਚਿਆਰ ਮਹਿੰਡਾ ਸਾਈਂ। ਤੇ ਜਿਹੜਾ ਸਚਿਆਰ ਹੋ ਗਿਆ, ਜਿਵੇਂ ਅਸੀਂ ਜਪਜੀ ਸਾਹਿਬ ਸ਼ੁਰੂ ਕੀਤਾ ਸੀ ਨਾ, ਕਿ ਸਚਿਆਰਾ ਹੋਈ ਹੈ। ਜਿਹੜਾ ਇਨਸਾਨ ਮਨ, ਬਚਨ ਔਰ ਕਰਮ ਕਰਕੇ ਸੱਚਾ ਹੋ ਗਿਆ, ਉਹਦੀ ਜ਼ਿੰਦਗੀ ਸਫਲ ਹੈ। ਤੇ ਜੇ ਬੰਦਾ ਸਚਿਆਰ ਨਹੀਂ ਹੋਇਆ, ਬੇਸ਼ੱਕ ਜਿੰਨੀ ਮਰਜ਼ੀ ਉਮਰ ਲੰਬੀ ਹੋ ਜਾਏ, ਜਦੋਂ ਸੱਚ ਦੇ ਥਾਂ ਦੇ ਉੱਤੇ ਨਿਬੇੜਾ ਹੋਏਗਾ ਨਾ, ਉਦੋਂ ਇੱਕ ਕੀੜਾ ਦਿਸੇਗਾ, ਇਹ ਤੇ ਕੱਖ ਵੀ ਨਹੀਂ। ਉਹਦੇ ਫੋਲੋਵਰ ਵੀ ਉਹਨੂੰ ਛੱਡ ਜਾਣਗੇ, ਉਹਦੇ ਪ੍ਰਸ਼ੰਸਕ ਵੀ ਉਹਨੂੰ ਛੱਡ ਜਾਣਗੇ। ਜਦੋਂ ਅਸਲੀਅਤ ਦਾ ਪਤਾ ਲੱਗੇਗਾ, ਜਦੋਂ ਕੋਈ ਪਰਖ ਦੇ ਉੱਤੇ ਪੂਰਾ ਨਾ ਉਤਰਿਆ, ਖਰਾ ਨਾ ਉਤਰਿਆ। ਜਿਵੇਂ ਅਸਾਂ ਪਹਿਲੇ ਦਿਨ ਵਿਚਾਰ ਕੀਤੀ ਸੀ ਨਾ ਧਰਮਰਾਜ ਦੇ ਟੌਪਿਕ ਵਿੱਚ, ਕਿ ਜੇਕਰ ਧਰਮਰਾਏ ਜਬ ਲੇਖਾ ਮੰਗੇ ਕਿ ਇਸ ਸਮਾਜ ਅੰਦਰੋਂ ਅਸੀਂ ਕਿੰਨਾ ਕੁਛ ਲਿਆ ਹੈ, ਧੀਆਂ, ਪੁੱਤਰ, ਭੈਣ, ਭਰਾ, ਜ਼ਮੀਨ, ਜਾਇਦਾਦ ਆਦਿਕ, ਤੇ ਜੇ ਕੋਈ ਸਾਡੇ ਤੋਂ ਪੁੱਛੇ ਵੀ ਤੁਹਾਡੀ ਸਮਾਜ ਨੂੰ ਕੀ ਦੇਣ ਹੈ, ਤੇ ਜੇ ਅੰਦਰੋਂ ਆਵਾਜ਼ ਆਵੇ ਕਿ ਦੇਣ ਤੇ ਸਾਡੀ ਸਮਾਜ ਨੂੰ ਕੁਛ ਨਹੀਂ, ਅਸੀਂ ਸਿਰਫ ਨਫ਼ਰਤ ਫੈਲਾਈ ਹੈ, ਪ੍ਰਸ਼ਾਦਾ ਪਾਣੀ ਛਕ ਕੇ ਐਵੇਂ ਟਾਈਮ ਪਾਸ ਕੀਤਾ ਹੈ, ਤਾਂ ਫਿਰ ਕੀੜੇ ਹੀ ਹੋਏ ਨਾ ਜਿਹੜੇ ਸਾਨੂੰ ਮਹਾਨ ਸਮਝਦੇ ਨੇ। ਜਦੋਂ ਪੁੱਛਿਆ ਜਾਏਗਾ ਵੀ ਦੇਣ ਤੇ ਕੁਛ ਵੀ ਨਹੀਂ। ਜੇ ਅਸੀਂ ਗੁਰੂ ਵਾਲੇ ਪਾਸੇ ਵੇਖੀਏ ਕਿ ਗੁਰੂ ਜੀ ਨੇ ਸਾਡੇ ਵਾਸਤੇ ਕਿੰਨੀਆਂ ਕੁਰਬਾਨੀਆਂ ਕੀਤੀਆਂ, ਆਪ ਤੱਤੀਆਂ ਤਵੀਆਂ ਤੇ ਬੈਠੇ, ਆਪਣਾ ਸ਼ੀਸ਼ ਚਾਂਦਨੀ ਚੌਕ ਵਿੱਚ ਲੁਹਾਇਆ। ਗੁਰੂ ਗੋਬਿੰਦ ਸਿੰਘ ਜੀ ਆਪਣੇ ਬੱਚੇ, ਮਾਂ-ਬਾਪ ਵੀ ਵਾਰ ਰਹੇ ਨੇ।
ਤੇ ਜੇ ਸਾਡੇ ਤੋਂ ਕੋਈ ਪੁੱਛੇ ਵੀ ਸਿੱਖੋ ਤੁਸੀਂ ਉਸ ਗੁਰੂ ਦੇ ਸਿੱਖ ਹੋ ਤੇ ਗੁਰੂ ਦੇ ਦੱਸੇ ਰਾਹ ਤੇ ਕਿੰਨਾ ਕੁ ਚੱਲੇ ਹੋ ਪਿਆਰਿਓ। ਜਦੋਂ ਅਸੀਂ ਆਪਣੇ ਆਪ ਨੂੰ ਪਰਖਾਂਗੇ ਤੇ ਅੰਦਰੋਂ ਕੀ ਆਵਾਜ਼ ਆਏਗੀ, ਸੱਚ ਦੱਸਿਓ, ਆਪਣੇ ਆਪ ਨੂੰ ਜਵਾਬ ਦਿਓ, ਮੈਂ ਆਪਣੇ ਆਪ ਨੂੰ, ਤੁਸੀਂ ਆਪਣੇ ਆਪ ਨੂੰ, ਤਾਂ ਫਿਰ ਕੀੜੇ ਹੀ ਸਾਬਤ ਹੋਵਾਂਗੇ ਨਾ ਜੇ ਗੁਰੂ ਦੇ ਦੱਸੇ ਰਾਹ ਤੇ ਨਹੀਂ ਤੁਰ ਪਾਏ। ਰੱਬ ਨੇ ਕਿੰਨੀਆਂ ਰਹਿਮਤਾਂ ਕੀਤੀਆਂ, ਖੰਡ ਮੰਡਲ ਬ੍ਰਹਿਮੰਡ ਸਿਰਜੇ, ਇੰਨੇ ਸੁੱਖ ਦਿੱਤੇ, ਤੇ ਜੇ ਰੱਬ ਸਾਡੇ ਤੋਂ ਪੁੱਛੇ ਵੀ ਮੇਰੇ ਬਾਰੇ ਕੀ ਸੋਚਣਾ ਹੈ, ਜਾਂ ਹੋਰ ਕੋਈ ਪੁੱਛੇ ਵੀ ਰੱਬ ਬਾਰੇ ਤੁਸੀਂ ਕੀ ਸੋਚਦੇ ਹੋ, ਤੇ ਸਾਡਾ ਉੱਤਰ ਕੀ ਹੋਏਗਾ? ਕਦੀ ਸ਼ੁਕਰਾਨਾ ਨਹੀਂ ਕੀਤਾ ਤਾਂ ਕੀੜੇ ਹੀ ਨੀਵੇਂ ਹੀ ਦਿਸਾਂਗੇ ਨਾ। ਤੇ ਜੇ ਮੈਂ ਆਪਣੀ ਜ਼ਮੀਰ ਤੋਂ ਅੰਦਰੋਂ ਪੁੱਛਾਂ ਕਿ ਭਾਈ ਮੂਰਸਿਆਂ, ਜੋ ਕੁਛ ਇਹਨਾਂ ਵੀਰਾਂ ਭੈਣਾਂ ਦੇ ਸਾਹਮਣੇ ਤੂੰ ਬਣ ਕੇ ਬੈਠਾ ਹੈ, ਤੂੰ ਆਪ ਐਵੇਂ ਦਾ ਹੈ? ਜੇ ਤੇ ਅੰਦਰੋਂ ਆਵਾਜ਼ ਆਏ ਕਿ ਹਾਂ ਮੇਰੀ ਜ਼ਿੰਦਗੀ ਐਵੇਂ ਦੀ ਹੈ, ਮੈਂ ਅੰਦਰੋਂ ਬਾਹਰੋਂ ਇੱਕ ਹੀ ਹਾਂ, ਫਿਰ ਤਾਂ ਜੀਵਨ ਸਫਲ ਹੈ। ਤੇ ਜੇ ਅੰਦਰੋਂ ਆਵਾਜ਼ ਆ ਜਾਏ ਕਿ ਨਾ ਤੂੰ ਐਵੇਂ ਦਾ ਹੈ ਤੇ ਨਹੀਂ ਸੱਜਣਾ, ਬਾਹਰੋਂ ਕੁਛ ਹੋਰ ਹੈ ਅੰਦਰੋਂ ਕੁਛ ਹੋਰ, ਤਾਂ ਮੈਂ ਕੀੜਾ ਹੀ ਸਾਬਤ ਹੋਇਆ ਨਾ। ਜੇ ਇਸ ਨਜ਼ਰ ਨਾ ਆਵੇ, ਜੇ ਮੈਂ ਉਸ ਕਸਵੱਟੀ ਤੇ ਪੂਰਾ ਹੀ ਨਹੀਂ ਉਤਰਦਾ, ਤਾਂ ਫਿਰ ਮੇਰੀ ਉਮਰ ਦਾ ਕੀ ਫਾਇਦਾ? ਇਸ ਲਈ ਗੁਰਦੇਵ ਸਾਨੂੰ ਇਹ ਸਮਝਾ ਰਹੇ ਨੇ ਕਿ ਲੰਬੀ ਉਮਰ ਦਾ ਕੋਈ ਲਾਭ ਨਹੀਂ ਜੇਕਰ ਅਸੀਂ ਜੀਵਨ ਅੰਦਰ ਕੰਮ ਚੰਗੇ ਨਹੀਂ ਕਰਦੇ, ਜੇ ਸੰਸਾਰ ਦਾ ਭਲਾ ਨਹੀਂ ਕਰਦੇ, ਜੇ ਅਸੀਂ ਆਪਣੇ ਹੀ ਪਰਿਵਾਰ ਵਿੱਚ ਸੁੱਖ ਸ਼ਾਂਤੀ ਨਹੀਂ ਰੱਖ ਪਾਏ, ਆਪਣੇ ਹੀ ਬੱਚਿਆਂ ਨਾਲ, ਆਪਣੇ ਹੀ ਰਿਸ਼ਤੇਦਾਰਾਂ ਨਾਲ, ਆਪਣੇ ਹੀ ਮਾਂ-ਬਾਪ ਦੇ ਨਾਲ ਬਣਾ ਕੇ ਨਹੀਂ ਰੱਖ ਪਾਏ, ਤੇ ਉਮਰ ਦਾ ਸਾਡੀ ਦਾ ਫਾਇਦਾ ਕੀ ਹੈ? ਅਗਲਾ ਬਚਨ ਕਰਦੇ ਨੇ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ। ਪਹਿਲੀ ਮਨੁੱਖ ਦੀ ਚਾਹਤ ਹੈ ਕਿ ਮੇਰੀ ਉਮਰ ਲੰਬੀ ਹੋਵੇ, ਤੇ ਦੂਜੀ ਮਨੁੱਖ ਦੀ ਚਾਹਤ ਹੁੰਦੀ ਹੈ ਕਿ ਮੇਰਾ ਨਾਮ ਨਾ ਹੋਵੇ, ਲੋਕ ਮੈਨੂੰ ਇਸ ਦੁਨੀਆ ਵਿੱਚ ਜਾਣਦੇ ਹੋਣ, ਮੇਰਾ ਨਾਮ ਹੋਵੇ। ਕਈ ਲੋਕ ਨੇ ਨਾ ਐਸੇ, ਜਿਨ੍ਹਾਂ ਦਾ ਨਾਮ ਲਓ ਤੇ ਉਹਨਾਂ ਦੇ ਨਾਮ ਨੂੰ ਸਾਰੇ ਹੀ ਲੋਕ ਜਾਣਦੇ ਨੇ, ਲੇਕਿਨ ਨਾਮਣਾ ਕਈਆਂ ਨੇ ਨਾ ਝੂਠਾ ਵੀ ਬਣਾਇਆ ਹੁੰਦਾ ਹੈ, ਨਾਮਣਾ ਕਈਆਂ ਨੇ ਝੂਠਾ ਵੀ ਬਣਾਇਆ ਹੁੰਦਾ ਹੈ। ਪਰ ਗੁਰੂ ਜੀ ਕਹਿੰਦੇ ਨੇ ਮੰਨ ਲਓ ਕਿ ਨਵਾਂ ਖੰਡਾਂ ਵਿੱਚ ਜਾਣੀਏ। ਨਵਾਂ ਖੰਡਾਂ ਦਾ ਮਤਲਬ ਸਾਰੀ ਪ੍ਰਿਥਵੀ, ਸਾਰੀ ਦੁਨੀਆ ਵਿੱਚ ਉਹਨੂੰ ਕੋਈ ਜਾਣਦੇ ਵੀ ਹੋਣ ਲੋਕ, ਉਹਦਾ ਨਾਮ ਵੀ ਮਸ਼ਹੂਰ ਹੋਵੇ, ਨਾਮ ਵੀ ਬੜਾ ਵੱਡਾ ਹੋਵੇ। ਨਾਮ ਵੀ ਵੱਡਾ ਹੋਵੇ, ਪਰ ਜੇ ਇਸ ਨਜ਼ਰ ਨਾ ਆਵੇ, ਜੇ ਵੱਡੇ ਨਾਮ ਵਾਲਾ ਰੱਬ ਦੀ ਰਹਿਮਤ ਦਾ ਪਾਤਰ ਨਹੀਂ ਬਣਿਆ, ਜੇਕਰ ਉਹ ਜੋ ਦੁਨੀਆ ਦੇ ਕਾਨੂੰਨ ਨੇ ਜਾਂ ਲਾ ਆਫ ਨੇਚਰ ਹੈ ਜਾਂ ਰੱਬ ਦੀ ਰਜ਼ਾ ਹੈ ਜਾਂ ਸ਼ੁਭ ਗੁਣ ਨੇ, ਜੇਕਰ ਬੰਦਾ ਉਹਨਾਂ ਦੇ ਉੱਤੇ ਪੂਰਾ ਨਹੀਂ ਉਤਰਦਾ, ਤੇ ਫਿਰ ਉਹਦਾ ਨਾਮ ਨਾ ਕੀ ਕਰੇਗਾ? ਨਾਮ ਤੇ ਮਿੱਟੀ ਵਿੱਚ ਮਿਲ ਜਾਏਗਾ ਨਾ। ਦੇਖੋ ਅੱਜ ਦੇ ਯੁੱਗ ਵਿੱਚ ਕਿੰਨਾ ਨਾਮ ਸੀ ਨਾ, ਇੱਕ ਦੋ ਸਾਡੇ ਬਾਬੇ ਬੈਠੇ ਨੇ ਜੇਲ੍ਹ ਵਿੱਚ, ਕਿੰਨਾ ਨਾਮ ਸੀ, ਕਿੰਨੇ ਲੋਕ ਅੱਗੇ ਨੌਜਵਾਨ ਬੱਚੀਆਂ ਖਲੋਤੀਆਂ ਹੁੰਦੀਆਂ ਸਨ ਸਵਾਗਤ ਵਾਸਤੇ, ਕਿੱਡੀ ਕੀਮਤੀ ਗੁਫਾ ਸੀ, ਨਾਮ ਸੀ ਪੂਰਾ। ਲੇਕਿਨ ਜੇ ਇਸ ਨਜ਼ਰ ਨਾ ਆਵੇ, ਹੁਣ ਉਸ ਨਦਰ ਦੇ ਥੱਲੇ ਨਹੀਂ ਆਇਆ, ਨਦਰ ਦਾ ਪਾਤਰ ਨਹੀਂ ਬਣਿਆ, ਬਨਾਵਟੀ ਨਾਮ ਹੈ, ਬਨਾਵਟੀ ਸ਼ੋਭਾ ਹੈ, ਤਾਂ ਫਿਰ ਕੀ ਹੋਏਗਾ? ਬਾਤ ਨਾ ਪੁੱਛੇ ਕਿ ਅੱਜ ਕੋਈ ਬਾਤ ਪੁੱਛਦਾ ਹੈ। ਜਿਹਦਾ ਬਹੁਤ ਨਾਮ ਨਾ ਹੋਵੇ ਤੇ ਉਹਦਾ ਪਤਾ ਲੱਗ ਜਾਏ ਕਿ ਇਹ ਬੰਦਾ ਕਰੈਕਟਰਲੈਸ ਹੈ, ਇਹ ਸ਼ਰਾਬ ਵੀ ਪੀਂਦਾ ਹੈ, ਇਹ ਚੋਰੀਆਂ ਵੀ ਕਰਦਾ ਹੈ, ਇਹ ਕਤਲ ਵੀ ਕਰਾਂਦਾ ਹੈ, ਤੇ ਕੀ ਫਿਰ ਐਸੇ ਬੰਦੇ ਨੂੰ ਘਰ ਵਾੜੋਗੇ? ਕਦੇ ਵੀ ਨਾ, ਜਿੰਨਾ ਮਰਜ਼ੀ ਨਾਮ ਹੋਵੇ, ਨਾਮ ਮਿੱਟੀ ਵੀ ਮਿਲ ਜਾਏਗਾ। ਇਸ ਲਈ ਗੱਲ ਉੱਚੇ ਨਾਮਣੇ ਦੀ ਨਹੀਂ ਹੈ ਕਿ ਤੁਸੀਂ ਬਨਾਵਟੀ ਆਪਣੀ ਸ਼ੋਭਾ ਦੇ ਮਹਿਲ ਖੜੇ ਕਰ ਲਓ। ਉਹ ਬਨਾਵਟੀ ਸ਼ੋਭਾ ਦੇ ਮਹਿਲ ਜਦੋਂ ਹਨੇਰੀ ਆਏਗੀ ਨਾ ਵਿਕਾਰਾਂ ਦੀ, ਉਹ ਢਹਿ ਢੇਰੀ ਹੋ ਜਾਣਗੇ, ਫਿਨਾ ਫਿੱਲਾ ਹੋ ਜਾਣਗੇ। ਤੇ ਜਿਸ ਨਾਮਣੇ ਦਾ ਆਧਾਰ ਸੱਚ ਹੈ, ਜਿਹੜਾ ਜੀਵਨ ਸੱਚੇ ਆਚਰਣ ਦੇ ਉੱਤੇ ਉਸਰਿਆ ਹੈ, ਮਹਾਨਤਾ ਉਸ ਦੀ ਹੈ, ਆਚਰਣ ਦੀ ਹੈ। ਮਹਾਨਤਾ ਉੱਚੇ ਆਦਰਸ਼ ਦੀ ਹੈ, ਤੁਹਾਡੇ ਗੋਲ ਦੀ ਹੈ ਕਿ ਤੁਹਾਡੀ ਜ਼ਿੰਦਗੀ ਦਾ ਗੋਲ ਕੀ ਹੈ, ਤੁਹਾਡਾ ਆਦਰਸ਼ ਕੀ ਹੈ, ਤੁਹਾਡਾ ਆਚਰਣ ਕੀ ਹੈ। ਨਾਮ ਤੇ ਔਰੰਗਜ਼ੇਬ ਦਾ ਵੀ ਹੈ, ਨਾਮ ਤੇ ਹਿਟਲਰ ਦਾ ਵੀ ਹੈ, ਨਾਮ ਤੇ ਗੰਗੂ ਦਾ ਵੀ ਚੱਲੀ ਜਾ ਰਿਹਾ ਹੈ, ਲੇਕਿਨ ਜਦੋਂ ਅਸਲੀਅਤ ਦਾ ਪਤਾ ਲੱਗਿਆ ਤਾਂ ਢਹਿ ਢੇਰੀ ਹੋ ਗਿਆ ਨਾ ਸਾਰਾ ਕੁਝ।
ਅਗਲਾ ਬਚਨ ਹੈ ਨਾਲ ਚੱਲੇ ਸਭ ਕੋਏ। ਨਾਲ ਚੱਲੇ ਸਭ ਕੋਏ ਦਾ ਮਤਲਬ ਤੁਹਾਡੇ ਸਪੋਰਟਰ ਹੋ ਜਾਣ ਲੋਕ, ਤੁਹਾਡੀ ਸਪੋਰਟ ਕਰਨ। ਕੋਈ ਉਮਰ ਵੀ ਬਹੁਤ ਲੰਬੀ ਹੋਵੇ, ਨੌਖੰਡ ਪ੍ਰਿਥਵੀ ਦੇ ਅੰਦਰ ਨਾਮ ਵੀ ਜਾਣਿਆ ਜਾਂਦਾ ਹੋਵੇ, ਨੌਖੰਡ ਪ੍ਰਿਥਵੀ ਦੇ ਅੰਦਰ ਨਾਮ ਵੀ ਜਾਣਿਆ ਜਾ ਰਿਹਾ ਹੋਵੇ, ਔਰ ਆਮ ਜਨਤਾ ਜੋ ਹੈ ਉਹ ਨਾਲ ਵੀ ਚੱਲਦੀ ਹੋਵੇ, ਨਾਲ ਵੀ ਚੱਲਦੀ ਹੋਏ, ਤਾਂ ਗੁਰਦੇਵ ਪਾਤਸ਼ਾਹ ਜੀ ਪਾਵਨ ਬਚਨ ਕਰਦੇ ਨੇ, ਐਸੇ ਜੋ ਲੋਕ ਨੇ ਉਹਨਾਂ ਨੂੰ ਕੁਝ ਮਿਲਣ ਵਾਲਾ ਨਹੀਂ ਹੈ, ਉਹਨਾਂ ਨੂੰ ਕੁਝ ਵੀ ਮਿਲਣ ਵਾਲਾ ਨਹੀਂ ਹੈ, ਔਰ ਨਾ ਹੀ ਕੋਈ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਬਹੁਤ ਵੱਡੀ ਪ੍ਰਾਪਤੀ ਹੀ ਹੋ ਸਕਦੀ ਹੈ, ਬਹੁਤ ਕਰ ਸਕਣਗੇ। ਬੇਸ਼ੱਕ ਉਹਨਾਂ ਦਾ ਨਾਮ ਸਾਰੇ ਲੋਕ ਜਾਣਦੇ ਹੋਣ, ਸਾਰੇ ਲੋਕ ਉਹਨਾਂ ਦੇ ਨਾਲ ਚੱਲਦੇ ਹੋਣ, ਸਪੋਰਟਰ ਹੋਣ। ਹੁਣ ਇਸ ਚੀਜ਼ ਨੂੰ ਥੋੜਾ ਜਿਹਾ ਸਮਝਣਾ ਹੈ। ਅਸੀਂ ਦੇਖਦੇ ਹਾਂ ਕਿੰਨੇ ਸਾਰੇ ਫੋਲੋਅਰ ਹੁੰਦੇ ਨੇ ਕਿਸੇ ਧਾਰਮਿਕ ਬੰਦੇ ਦੇ, ਔਰ ਉਹਦਾ ਬਨਾਵਟੀ ਜੀਵਨ ਹੁੰਦਾ ਹੈ। ਬਨਾਵਟੀ ਜੀਵਨ ਕਰਕੇ ਕੀ ਹੁੰਦਾ ਹੈ ਕਿ ਬਹੁਤ ਸਾਰੇ ਫੋਲੋਅਰ ਬਣ ਜਾਂਦੇ ਨੇ, ਪਰ ਜਦੋਂ ਉਹਦੀ ਅਸਲੀਅਤ ਦਾ ਪਤਾ ਲੱਗਦਾ ਹੈ ਕਿ ਇਹ ਰੱਬ ਦੀ ਨਜ਼ਰ ਦਾ ਪਾਤਰ ਨਹੀਂ, ਜੇ ਤਿਸ ਨਜ਼ਰ ਨਾ ਆਵਈ, ਕਿ ਰੱਬ ਦੀ ਨਜ਼ਰ ਦਾ ਪਾਤਰ ਨਹੀਂ, ਇਹ ਉੱਚੇ ਸੁੱਚੇ ਆਚਰਨ ਦਾ ਮਾਲਕ ਨਹੀਂ, ਤਾਂ ਫੋਲੋਅਰ ਵੀ ਛੱਡ ਜਾਂਦੇ ਨੇ। ਦੇਖ ਲਓ ਰਾਜਨੀਤਿਕ ਦੁਨੀਆ ਦੇ ਅੰਦਰ ਅਸੀਂ ਕੌਤਕ ਰੋਜ਼ ਵੇਖਦੇ ਹਾਂ, ਕਿੰਨੇ ਫੋਲੋਅਰ, ਕਿੰਨੇ ਉਹਨਾਂ ਦੇ ਸਪੋਰਟਰ ਹੁੰਦੇ ਨੇ, ਔਰ ਗਲਿਆਂ ਦੇ ਅੰਦਰ ਹਾਰ ਪਾ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ। ਪਰ ਅਗਲੇ ਇਲੈਕਸ਼ਨ ਦੇ ਅੰਦਰ ਜਾਂ ਉਸ ਦਰਮਿਆਨ ਹੀ ਜੇ ਉਹ ਕੰਮ ਚੰਗੇ ਨਹੀਂ ਕਰਦਾ ਤੇ ਜਿਹੜੇ ਫੁੱਲਾਂ ਦੇ ਹਾਰ ਪਾਉਣ ਵਾਲੇ ਨੇ ਜੁੱਤੀਆਂ ਮਾਰਦੇ ਨੇ, ਵਗਾਤੀਆਂ ਦੂਰੋਂ, ਟਮਾਟਰ ਮਾਰਦੇ ਨੇ ਗਲੇ। ਤਾਂ ਉਹਨਾਂ ਦੀ ਬੇਪੱਤੀ ਹੁੰਦੀ ਹੈ। ਕਿਉਂ? ਕਿਉਂਕਿ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ, ਕਿ ਫੋਲੋਵਰ ਵੀ ਤੁਹਾਡੀ ਬਾਤ ਨਹੀਂ ਪੁੱਛਣਗੇ ਜੇ ਰੱਬੀ ਨਜ਼ਰ ਦੇ ਪਾਤਰ ਨਹੀਂ ਬਣੇ। ਤਾਂ ਇਸ ਲਈ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ। ਜਸ ਵੀ ਜਗਤ ਦੇ ਅੰਦਰ ਖੱਟ ਲਵੇ, ਨਾਮ ਵੀ ਚੰਗਾ ਕਰਕੇ ਰਖਾ ਲਵੇ ਕਿ ਬੜਾ ਚੰਗਾ ਹੈ, ਬੜਾ ਚੰਗਾ ਹੈ। ਲੋਕ ਕਹਿੰਦੇ ਨਾ ਫਲਾਂ ਬੰਦਾ ਬੜਾ ਚੰਗਾ ਹੈ, ਬੜਾ ਚੰਗਾ ਹੈ। ਪਰ ਜੇ ਬੰਦਾ ਪਰਖ ਦੇ ਅੰਦਰ ਪੂਰਾ ਨਹੀਂ ਉਤਰਦਾ ਤਾਂ ਉਹਦੀ ਕੋਈ ਬਾਤ ਨਹੀਂ ਪੁੱਛਦਾ। ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ, ਫਿਰ ਉਹਦੀ ਕੋਈ ਬਾਤ ਨਹੀਂ ਪੁੱਛਦਾ ਜਿੱਥੇ ਪਰਖ ਦੀ ਕਸਵੱਟੀ ਦੇ ਉੱਤੇ ਪਰਖਿਆ ਜਾਂਦਾ ਹੈ। ਤਾਂ ਇਹਦਾ ਮਤਲਬ ਬਹੁਤ ਲੰਬੀ ਉਮਰ, ਨਵਾਂ ਖੰਡਾ ਪ੍ਰਿਥਵੀ ਦੇ ਅੰਦਰ ਨਾਮਨਾ ਖੱਟ ਲੈਣਾ, ਬਹੁਤ ਸਾਰੇ ਸਪੋਰਟਰ ਆਪਣੇ ਨਾਲ ਪੈਦਾ ਕਰ ਲੈਣੇ, ਆਪਣਾ ਨਾਮ ਬੜਾ ਚੰਗਾ ਰਖਵਾ ਲੈਣਾ, ਝੂਠੀ ਸ਼ੋਹਰਤ ਵੀ ਖੱਟ ਲੈਣੀ। ਪਰ ਜੇ ਸਾਰਾ ਕੁਝ ਹੋਣ ਦੇ ਬਾਵਜੂਦ ਕਿਸੇ ਦਾ ਆਚਰਨ ਔਰ ਆਦਰਸ਼ ਉੱਚਾ ਨਹੀਂ ਹੈ, ਜੇ ਉਹ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਨਹੀਂ ਜੀਂਦਾ, ਜੇ ਉਹ ਸਚਿਆਰ ਨਹੀਂ ਹੋਇਆ, ਤਾਂ ਜਦੋਂ ਪਰਖ ਦੀ ਘੜੀ ਆਏਗੀ ਉੱਥੇ ਉਹ ਫੇਲ ਹੋ ਜਾਏਗਾ ਤੇ ਉਹਦੀ ਕੋਈ ਬਾਤ ਵੀ ਨਹੀਂ ਪੁੱਛੇਗਾ ਤੇ ਉਹਦੀ ਜ਼ਿੰਦਗੀ ਕੈਸੀ ਹੋ ਜਾਏਗੀ। ਕੀਟਾਂ ਅੰਦਰ ਕੀਟ, ਇੱਥੇ ਵਿਸ਼ਰਾਮ ਲਗਾਣਾ ਹੈ। ਕੀਟਾਂ ਅੰਦਰ ਕੀਟ ਕਰ ਨਹੀਂ ਪੜਨਾ। ਦੇਖੋ ਅਸਲੀ ਸ਼ਬਦ ਹੈ ਕੀਟ। ਜੇ ਕੀਟ ਦੇ ਟੈਂਕੇ ਥੱਲੇ ਔਂਕੜ ਹੋਏਗਾ ਤੇ ਉਹਦਾ ਮਤਲਬ ਹੋਏਗਾ ਇੱਕ ਕੀੜਾ। ਜੇ ਕੀਟ ਦਾ ਟੈਂਕਾ ਮੁਕਤਾ ਹੋਏਗਾ ਉਹਦਾ ਅਰਥ ਹੋ ਜਾਏਗਾ ਬਹੁਤੇ ਕੀੜੇ, ਪਲੂਰਲ ਸ਼ਬਦ। ਤੇ ਜੇ ਕੀਟਾਂ ਅੰਦਰ ਕੀਟ, ਤੇ ਜੇ ਕੀਟ ਦੇ ਟੈਂਕੇ ਦੇ ਨਾਲ ਕੰਨਾ ਲਗਾ ਕੇ ਬਹੁਵਚਨ ਬਣਾਇਆ ਜਾਏਗਾ ਤਾਂ ਉਹਨੂੰ ਅਸੀਂ ਪੜਾਂਗੇ ਬਿੰਦੀ ਲਗਾ ਕੇ ਕੀਟਾਂ। ਕੀਟਾਂ ਅੰਦਰ ਕੀਟ, ਕਿ ਉਹ ਕੀੜਿਆਂ ਦੇ ਅੰਦਰ ਕੀੜਾ ਹੈ। ਕੀੜਿਆਂ ਦੇ ਅੰਦਰ ਕੀੜਾ ਮਤਲਬ ਕੀੜਿਆਂ ਤੋਂ ਵੀ ਗਿਆ ਗੁਜ਼ਰਾ ਕੀੜਾ, ਨਿੱਕਾ ਜਿਹਾ ਕੀੜਾ। ਕਰ ਦੋਸ਼ੀ, ਇੱਥੇ ਵਿਸ਼ਰਾਮ ਲਗਾਵਾਂਗੇ, ਦੋਸ਼ ਧਰੇ। ਕੀਟਾਂ ਅੰਦਰ ਕੀਟ, ਕਰ ਦੋਸ਼ੀ, ਦੋਸ਼ ਧਰੇ। ਉਹਦੇ ਜਿਹੜੇ ਦੋਸ਼ ਨੇ, ਗੁਨਾਹ ਨੇ, ਪਾਪ ਨੇ, ਉਹਦੇ ਸਿਰ ਥੱਪ ਕੇ ਉਹਨੂੰ ਦੋਸ਼ੀ ਠਹਿਰਾਇਆ ਜਾਏਗਾ। ਔਰ ਐਸਾ ਇਨਸਾਨ ਕੀੜਿਆਂ ਦੇ ਅੰਦਰ ਇੱਕ ਕੀੜਾ, ਤੁੱਛ ਜਿਹਾ ਇਨਸਾਨ ਹੋ ਜਾਏਗਾ। ਹੁਣ ਦੇਖੋ ਏਡਾ ਵੱਡਾ ਨਾਮਣਾ ਵੀ ਹੋਵੇ, ਬਹੁਤ ਲੰਬੀ ਉਮਰ ਵੀ ਹੋਵੇ, ਬਹੁਤ ਸਾਰੇ ਉਹਦੇ ਫੋਲੋਵਰ ਵੀ ਹੋਣ,
ਲੋਕਾਂ ਦੇ ਅੰਦਰ ਝੂਠੀ ਸ਼ੋਹਰਤ ਵੀ ਬਣੀ ਹੋਵੇ ਕਿ ਬੜਾ ਚੰਗਾ ਬੜਾ ਚੰਗਾ, ਤੇ ਜੇ ਉਸ ਭਰੀ ਸਭਾ ਦੇ ਅੰਦਰ ਇੱਕ ਬੰਦਾ ਖਲੋ ਕੇ ਕਹਿ ਦੇਵੇ ਕਿ ਇਹਨੇ ਤੇ ਫਲਾਣੇ ਬੰਦੇ ਦੀ ਜ਼ਮੀਨ ਤੇ ਕਬਜ਼ਾ ਕੀਤਾ ਹੈ, ਇਹਨੇ ਪੈਸੇ ਮਾਰੇ ਨੇ, ਇਹ ਜਿਹਨੂੰ ਚੰਗਾ ਕਹਿ ਰਹੇ ਹੋ ਇਹਨੇ ਫਲਾਂ ਬੰਦੇ ਦਾ ਕਤਲ ਕੀਤਾ ਹੋਇਆ ਹੈ, ਤੇ ਉਹਦੇ ਪੱਲੇ ਕੀ ਰਹਿ ਜਾਏਗਾ? ਸਾਰੀ ਸ਼ੋਹਰਤ ਗਈ। ਤਾਂ ਜਿਸ ਬੰਦੇ ਦਾ ਆਚਰਨ ਔਰ ਆਦਰਸ਼ ਉੱਚਾ ਨਹੀਂ ਹੈ, ਝੂਠੀ ਸ਼ੋਹਰਤ, ਝੂਠਾ ਨਾਮਣਾ, ਇਹ ਕਿਸੇ ਕੰਮ ਦਾ ਨਹੀਂ, ਪਰਦੇ ਫਾਸ਼ ਹੁੰਦਿਆਂ ਦੇਰ ਨਹੀਂ ਲੱਗਦੀ। ਕਿੰਨੇ ਲੋਕ ਨੇ ਜਿਨ੍ਹਾਂ ਨੇ ਧਰਮ ਦੀ ਦੁਨੀਆ ਵਿੱਚ ਆਪਣੀ ਝੂਠੀ ਸ਼ੋਹਰਤ ਬਣਾਈ ਹੋਈ ਹੈ ਕਿ ਅਸੀਂ ਧਰਮੀ ਹਾਂ। ਗੁਰਦੁਆਰਾ ਸਾਹਿਬ ਇੱਕ ਪੱਖਾ ਲਗਵਾ ਦਿੱਤਾ ਤੇ ਉਸ ਪੱਖੇ ਦੇ ਉੱਤੇ 3-4 ਪੀੜ੍ਹੀਆਂ ਦੇ ਨਾਮ ਲਿਖਵਾ ਦਿੱਤੇ। ਕਾਕਾ ਰਾਜੂ ਨੇ ਆਪਣੇ ਦਾਦੇ ਦੀ ਯਾਦ ਵਿੱਚ ਆਪਣੇ ਚਾਚੇ ਦੀ ਦੁਕਾਨ ਤੋਂ ਖਰੀਦ ਕੇ ਛੋਟੇ ਭਰਾ ਤੋਂ ਇਹ ਪੱਖਾ ਦਾਨ ਕੀਤਾ। 3-4 ਪੀੜ੍ਹੀਆਂ ਦੇ ਨਾਮ ਬਣਾਈ, ਫਿਰ ਉਹ ਝੂਠਾ ਨਾਮਣਾ, ਤੇ ਜਦੋਂ ਵਿੱਚ ਕੋਈ ਖਲੋ ਕੇ ਕਹਿ ਦਿੱਤਾ ਵੀ ਇਹਨੇ ਸਾਡੇ ਪੈਸੇ ਮਾਰੇ ਨੇ, 10,000 ਦੇ ਵਿੱਚੋਂ ਇਹ ਪੱਖਾ ਲੈ ਆਇਆ ਸੀ, ਤੇ ਗਿਆ ਨਾ ਕੰਮ ਸਾਰਾ। ਮਲਕ ਭਾਗੋ ਇੱਕ ਐਸਾ ਇਨਸਾਨ ਹੈ ਜੋ ਹਰ ਸਾਲ ਖੀਰ ਦਾ, ਪੂੜਿਆਂ ਦਾ ਲੰਗਰ ਲਗਾਉਂਦਾ ਹੈ, ਤੇ ਸਾਰਾ ਲੰਗਰ ਪ੍ਰਸ਼ਾਦਾ ਦੇਸੀ ਘਿਓ ਦੀਆਂ ਜਲੇਬੀਆਂ, ਦੇਸੀ ਘਿਓ ਦੇ ਪੂੜੇ ਪੂੜੀਆਂ, ਛੋਲੇ ਭਟੂਰੇ, ਗੁਲਾਬ ਜਾਮਨ, ਦਹੀਂ ਭੱਲੇ, ਖੀਰ, ਰਸ ਮਲਾਈ, ਸਾਰਾ ਕੁਛ ਦੇਸੀ ਘਿਓ ਦਾ ਤਿਆਰ ਕਰਦਾ ਹੈ। ਲੋਕਾਂ ਨੂੰ ਕੱਪੜੇ ਦਾਨ ਦਿੰਦਾ ਹੈ, ਪੈਸਾ ਦਾਨ ਦਿੰਦਾ ਹੈ। ਲੋਕ ਕਹਿ ਰਹੇ ਨੇ ਬੜਾ ਚੰਗਾ ਹੈ, ਨਾਮਣਾ ਹੈ ਕਿ ਮਲਕ ਭਾਗੋ ਵਰਗੇ ਜੋ ਲੰਗਰ ਦਾ ਸਵਾਦ ਕਿਤੇ ਨਹੀਂ ਆਉਂਦਾ। ਪਰ ਹੁਣ ਗੁਰੂ ਨਾਨਕ ਦੇਵ ਜੀ ਨੂੰ ਬੁਲਾਉਂਦਾ ਤੇ ਗੁਰੂ ਨਾਨਕ ਦੇਵ ਜੀ ਜਾਂਦੇ ਨਹੀਂ। ਜਦੋਂ ਬਾਰ-ਬਾਰ ਬੁਲਾਉਣ ਤੇ ਜਾਂਦੇ ਨੇ ਤੇ ਪੁੱਛਿਆ ਜਾਂਦਾ ਹੈ ਕਿ ਬਾਬਾ ਆ ਦੇਖ ਕਿੰਨੇ ਸਾਧੂ ਸੰਤ ਬ੍ਰਾਹਮਣ ਵੀ ਤੇ ਉਹ ਵੀ ਸਾਰੇ ਲੋਕ, ਕਿੰਨੇ ਹਜ਼ਾਰਾਂ ਲੋਕ ਇੱਥੇ ਛਕ ਰਹੇ ਨੇ ਭੰਡਾਰਾ, ਤੇ ਤੂੰ ਕਿਉਂ ਨਹੀਂ ਆਇਆ? ਭਾਈ ਲਾਲੋ ਦੇ ਘਰ ਕੀ ਮਿਲਿਆ ਹੋਵੇਗਾ? ਸੁੱਕੇ ਪ੍ਰਸ਼ਾਦੇ। ਇੱਥੇ 36 ਕਿਸਮ ਦੇ ਭੋਜਨ। ਵਾਣ ਦੇ ਮੰਜੇ ਤੇ ਸੁੱਤਾ ਹੋਏਗਾ, ਦੇਖ ਮਖਮਲੀ ਗਦੇਲੇ ਸੌਣ ਵਾਸਤੇ, ਦੇਖ ਮਹਿਲ, ਤੇ ਪ੍ਰਸ਼ਾਦਾ ਛਕਣ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਮਲਕ ਭਾਗੋ, ਗੱਲ ਪੂੜਿਆਂ ਦੀ ਨਹੀਂ, ਗੱਲ ਖੀਰ ਦੀ ਨਹੀਂ, ਤਸਮਈ ਦੀ ਨਹੀਂ, ਰਸ ਮਲਾਈ, ਗੁਲਾਬ ਜਾਮਨ, ਸਮੋਸੇ ਪਕੌੜਿਆਂ ਦੀ ਨਹੀਂ, ਔਰ ਗੱਲ ਇੱਥੇ ਰੁੱਖੀ ਸੁੱਖੀ ਦੀ ਨਹੀਂ। ਗੱਲ ਤਾਂ ਇਹ ਹੈ ਕਿ ਇਹ ਪੂੜੇ ਆਏ ਕਿਵੇਂ ਨੇ, ਪੈਸਾ ਕਿੱਥੋਂ ਆਇਆ, ਗਰੀਬਾਂ ਦਾ ਖੂਨ, ਦੂਜੇ ਲੋਕਾਂ ਦੇ ਹੱਕ, ਰਿਸ਼ਵਤ। ਕਿਸਾਨਾਂ ਯੁੱਗ ਸੀ, ਜ਼ਿਮੀਂਦਾਰਾਂ ਤੇ ਜ਼ਿਮੀਂਦਾਰ ਜੰਗੀਰਦਾਰ ਜਿਹੜੇ ਨੇ ਉਹ ਕਿਸਾਨ ਤੋਂ ਸਾਰਾ ਕੰਮ ਕਰਾਉਂਦੇ ਤੇ ਫਸਲ ਸਾਰਾ ਆਪ ਲੈ ਜਾਂਦੇ, ਤੇ ਕਿਸਾਨ ਦੇ ਬੱਚੇ ਭੁੱਖੇ ਮਰ ਰਹੇ ਨੇ। ਤੂੰ ਤਾਂ ਇਹਨਾਂ ਦੇ ਹੱਕ ਖਾ ਰਿਹਾ ਹੈ ਤੇ ਮੈਂ ਗਰੀਬਾਂ ਦਾ ਖੂਨ ਕਿਵੇਂ ਪੀਵਾਂ? ਹੁਣ ਸਾਰਾ ਪਰਦਾ ਫਾਸ਼ ਹੋ ਗਿਆ ਨਾ, ਕੀੜਿਆਂ ਦੇ ਅੰਦਰ ਇੱਕ ਕੀੜਾ ਬਣ ਗਿਆ। ਹੁਣ ਕੋਈ ਗੱਲ ਨਹੀਂ ਆ ਰਹੀ, ਨਮੋਸ਼ੀ ਹੈ ਨਾ। ਹਾਲਾਂਕਿ ਉਮਰ ਵੀ ਹੈ ਉਹਦੀ, ਨਾਮਣਾ ਵੀ ਹੈ, ਲੋਕ ਸਪੋਰਟਰ ਵੀ ਨੇ, ਜਸ ਵੀ ਬੜਾ ਹੈ ਕਿ ਹਰ ਸਾਲ ਉਹ ਪ੍ਰਸ਼ਾਦਾ ਪਾਣੀ ਛਕਾਉਂਦਾ ਹੈ, ਲੇਕਿਨ ਮਿੱਟੀ ਵਿੱਚ ਮਿਲ ਗਿਆ ਨਾ ਸਾਰਾ ਕੁਝ। ਇਹਨੂੰ ਕਹਿੰਦੇ ਨੇ ਜੇ ਤਿਸ ਨਜ਼ਰ ਨਾ ਆਵੇ। ਤਾਂ ਗੁਰੂ ਜੀ ਸਾਨੂੰ ਇਸ ਪੌੜੀ ਦੇ ਅੰਦਰ ਸਮਝਾ ਰਹੇ ਨੇ ਕਿ ਜ਼ਿੰਦਗੀ ਮਾਣ ਵਾਲੀ ਜੀਵੋ, ਇੱਜ਼ਤ ਵਾਲੀ ਜੀਵੋ, ਝੂਠੀ ਇੱਜ਼ਤ ਨਹੀਂ, ਸੱਚੀ, ਸੱਚਾ ਮਾਣ। ਜੇ ਪ੍ਰੇਮ ਕਰਨਾ ਹੈ ਇੱਕ ਦੂਜੇ ਨਾਲ, ਸੱਚਾ ਪ੍ਰੇਮ, ਜਿਵੇਂ ਅਸੀਂ ਪ੍ਰੇਮ ਦੀ ਵਿਆਖਿਆ ਪਿੱਛੇ ਕੀਤੀ ਸੀ, ਪ੍ਰੇਮ ਦੀਆਂ 4 ਸ਼ਰਤਾਂ, ਪ੍ਰੇਮ ਦੀ ਪਰਿਭਾਸ਼ਾ, ਪ੍ਰੇਮ ਦੀ ਮਹਾਨਤਾ, ਸੱਚਾਈ ਦੀ ਮਹਾਨਤਾ, ਦਇਆ ਦੀ ਮਹਾਨਤਾ, ਇਨਸਾਨੀਅਤ ਦੀ ਮਹਾਨਤਾ, ਇਹਨਾਂ ਚੀਜ਼ਾਂ ਨੂੰ ਸਮਝੋ, ਐਸੀ ਜ਼ਿੰਦਗੀ ਜੀਵੋ। ਜਪਜੀ ਸਾਹਿਬ ਨਿਰਾ ਪੜਨ ਵਾਸਤੇ ਨਹੀਂ, ਅਸੀਂ ਕੀ ਕਰਨਾ, ਸਵੇਰੇ ਵੜਦੇ ਹਾਂ ਅੰਦਰ ਵਾਸ਼ਰੂਮ ਵਿੱਚ, ਉਧਰੋਂ ਅਸੀਂ ਸ਼ਾਵਰ ਚਲਾ ਦਿੰਦੇ ਹਾਂ, ਫੁਹਾਰਾ ਚੱਲ ਪੈਂਦਾ, ਉਧਰੋਂ ਸਾਡਾ ਜਪਜੀ ਸਾਹਿਬ ਸਟਾਰਟ ਹੋ ਜਾਂਦਾ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਦੇ ਅਸੀਂ ਰੇਲ ਬਣਾਉਂਦੇ ਹਾਂ, ਉਧਰੋਂ ਕਛਹਿਰਾ ਨਿਚੋੜ ਰਹੇ ਹੁੰਦੇ ਆ, ਤੇ ਨਾਲ ਅਸੀਂ ਪੜ੍ਹ ਰਹੇ ਹੁੰਦੇ ਹਾਂ ਚਿੰਨੀ ਨਾਮ ਕਾ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ, ਨਾਲ ਕੀਤੀ ਛੁੱਟੀ, ਨਾਲ ਜਪਜੀ ਸਾਹਿਬ ਸਮਾਪਤ, ਨਾਲ ਕਛਹਿਰਾ ਨੂੰ ਪੜ੍ਹ ਰਿਹਾ। ਪਤਾ ਹੀ ਨਹੀਂ ਪੜਿਆ ਕੀ ਹੈ, ਅਰਥਾਂ ਦਾ ਹੀ ਨਹੀਂ ਪਤਾ, ਅਮਲ ਨਹੀਂ ਕੀਤਾ। ਕਾਸ਼ ਜਪਜੀ ਸਾਹਿਬ ਜੀ ਨੂੰ ਸਮਝਿਆ ਜਾਂਦਾ, ਇਸ ਮੁਤਾਬਕ ਜ਼ਿੰਦਗੀ ਜੀਵੀ ਜਾਂਦੀ, ਤਾਂ ਅੱਜ ਇਹ ਸੰਸਾਰ ਕੁਝ ਹੋਰ ਹੋ ਸਕਦਾ ਸੀ, ਸਾਡੇ ਪਰਿਵਾਰ ਕੁਝ ਹੋਰ ਹੋ ਸਕਦੇ ਸਨ, ਅਸੀਂ ਹਰ ਇਨਸਾਨ ਰੱਬ ਵਰਗਾ ਹੋ ਸਕਦੇ ਸਨ। ਤਾਂ ਹੁਣ ਇੱਥੇ ਸਾਨੂੰ ਸਮਝਾ ਰਹੇ ਨੇ, ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਰੱਬ ਦੀ ਜੋ ਇਹ ਕਚਹਿਰੀ ਹੈ ਨਾ, ਸੰਸਾਰ ਦਾ ਜੋ ਸਿਸਟਮ ਹੈ, ਇਹ ਹਰ ਇਨਸਾਨ ਦੇ ਦੋਸ਼ਾਂ ਨੂੰ
ਵਾਚ ਰਿਹਾ ਹੈ, ਉਹਦੇ ਦੋਸ਼ ਉਹਦੇ ਤੇ ਥੱਪੇ ਜਾਂਦੇ ਨੇ, ਔਰ ਫਿਰ ਬੰਦਾ ਦੋਸ਼ੀ ਠਹਿਰਾ ਕੇ ਕੀੜਿਆਂ ਦੇ ਵਿੱਚ ਇੱਕ ਕੀੜਾ ਬਣ ਜਾਂਦਾ ਹੈ, ਉਹਦੀ ਕੋਈ ਵੈਲਿਊ ਨਹੀਂ ਰਹਿ ਜਾਂਦੀ। ਔਰ ਇਹ ਸਿਧਾਂਤ ਜਿੰਨੇ ਵੀ ਨੇ ਆਪਣੇ ਨਿਯਮ ਨੇ, ਲਾ ਆਫ ਨੇਚਰ, ਇਹ ਸਾਰਿਆਂ ਵਾਸਤੇ ਬਰਾਬਰ ਹੈ, ਮੇਰੇ ਵਾਸਤੇ ਵੀ ਤੁਹਾਡੇ ਵਾਸਤੇ ਵੀ, ਕਿਸੇ ਦਾ ਕੋਈ ਲਿਹਾਜ਼ ਨਹੀਂ, ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ। ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਇਹਨਾਂ ਚੀਜ਼ਾਂ ਤੋਂ ਬਚੀਏ ਕਿਵੇਂ, ਐਸੀ ਉੱਚੀ ਜ਼ਿੰਦਗੀ ਜੀਵੀਏ ਕਿਵੇਂ। ਤਾਂ ਗੁਰੂ ਜੀ ਸਾਨੂੰ ਇਸ ਪੌੜੀ ਵਿੱਚ ਅੱਗੇ ਦੱਸ ਰਹੇ ਨੇ, ਨਾਨਕ ਇੱਥੇ ਰੁਕ ਜਾਣਾ ਹੈ, ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਨਿਰਗੁਣ ਦਾ ਮਤਲਬ ਉਹਨਾਂ ਦੇ ਅੰਦਰ ਗੁਣ ਨਹੀਂ ਹਨ, ਜਿਹੜੇ ਗੁਣਾਂ ਦੀ ਵਰਤੋਂ ਨਹੀਂ ਕਰ ਰਹੇ, ਉਹਨਾਂ ਨੂੰ ਰੱਬ ਗੁਣ ਦਿੰਦਾ ਹੈ। ਕਿਹੜਾ ਰੱਬ? ਗੁਣਵੰਤਿਆਂ ਗੁਣ ਦੇ, ਜਿਸ ਨੇ ਗੁਣਵੰਤਿਆਂ ਨੂੰ ਗੁਣ ਦਿੱਤੇ ਨੇ। ਜਿਹੜਾ ਗੁਣਵਾਨਾਂ ਨੂੰ ਗੁਣ ਦੇ ਰਿਹਾ ਨਾ, ਅੰਦਰ ਬੈਠਾ, ਮੇਰੇ ਅੰਦਰ ਬੈਠਾ, ਤੁਹਾਡੇ ਅੰਦਰ, ਸਾਰਿਆਂ ਦੇ ਵਿੱਚ ਰੱਬ ਹੈ ਨਾ। ਘਟ ਘਟ ਮੈਂ ਹਰ ਜੂ ਵਸੈ। ਸਾਨੂੰ ਭੁਲੇਖਾ ਇਹ ਪਾਇਆ ਗਿਆ ਕਿ ਰੱਬ ਕਿਤੇ ਉੱਤੇ ਬੈਠਾ, ਇਸ ਲਈ ਅਸੀਂ ਉਤਲੇ ਤੋਂ ਮੰਗਨੇ ਆ, ਉਤਲਾ ਜਾਣਾ, ਤੇ ਪਤਾ ਨਹੀਂ ਉਤਲਾ ਹੈ ਕਿੱਥੇ। ਭਗਤ ਕਬੀਰ ਜੀ ਨੇ ਬੜੇ ਸ਼ੰਕੇ ਸਾਡੇ ਦੂਰ ਕੀਤੇ ਨੇ। ਕਹਿਣ ਲੱਗੇ, ਜਾਨ ਜਾਨ ਸਭ ਕਹੇ ਤਹਾਂ ਹੀ, ਨਾ ਜਾਣਾ ਬੈਕੁੰਠ ਕਹਾਹੀ। ਸਾਰੇ ਕਹਿੰਦੇ ਨੇ ਸਵਰਗ ਵਿੱਚ ਜਾਣਾ ਹੈ ਮਰਨ ਤੋਂ ਬਾਅਦ, ਸਵਰਗ ਵਿੱਚ ਜਾਣਾ ਹੈ ਮਰਨ ਤੋਂ ਬਾਅਦ। ਤੇ ਜੇ ਪੁੱਛੀਏ ਵੀ ਸਵਰਗ ਹੈ ਕਿੱਥੇ, ਕਿਹੜੇ ਗ੍ਰਹਿ ਤੇ, ਕਿਹੜੇ ਨਛੱਤਰ ਤੇ, ਕਿਹੜੀ ਦੁਨੀਆ ਵਿੱਚ ਕਿੱਥੇ ਹੈ, ਫਿਰ ਕਹਿੰਦੇ ਨੇ ਪਤਾ ਨਹੀਂ। ਜਿਹੜੇ ਪੁਜਾਰੀ ਸਾਨੂੰ ਇਹ ਕਹਿ ਰਹੇ ਨੇ ਵੀ ਤੁਹਾਡੇ ਰਿਆਂ ਹੋਇਆਂ ਨੂੰ ਸਰਾਧਾਂ ਦਾ ਪ੍ਰਸ਼ਾਦਾ ਪਹੁੰਚ ਜਾਏਗਾ, ਆ ਕੱਪੜਾ ਟਾਕੀ ਤੁਹਾਡੇ ਬਾਪੂ ਕੋਲ ਪਹੁੰਚ ਜਾਏਗਾ, ਉਹਨਾਂ ਤੋਂ ਪੁੱਛੋ ਵੀ ਸਵਰਗ ਹੈ ਕਿੱਥੇ, ਜਿੱਥੇ ਪਹੁੰਚਾਏਗਾ ਕੋਈ ਐਡਰੈਸ ਤੇ ਹੋਣਾ ਹੈ। ਉਸ ਬ੍ਰਾਹਮਣ ਨੂੰ ਕਹੋ ਵੀ ਬ੍ਰਾਹਮਣ ਜੀ ਜਾਂ ਭਾਈ ਜੀ ਜਾਂ ਮੁੱਲਾ ਜੀ, ਕੋਈ ਵੀ ਜਿਹੜਾ ਵੀ ਬੰਦਾ ਕਹਿੰਦਾ ਵੀ ਤੁਹਾਡੇ ਬਾਪੂ ਕੋਲ ਕੱਪੜੇ ਪਹੁੰਚ, ਉਹਨੂੰ ਕਹੋ ਵੀ ਇੰਝ ਕਰ, ਬਾਪੂ ਕੋਲ ਮੋਬਾਈਲ ਪਹੁੰਚਾ ਦੇ, ਗੱਲਬਾਤ ਹੋ ਜਾ ਕਰੇਗੀ। ਤੇ ਮੋਬਾਈਲ ਉਹਨੇ ਪਹੁੰਚਾਣਾ ਨਹੀਂ, ਉਹਨੂੰ ਪਤਾ ਵੀ ਨਹੀਂ ਪਹੁੰਚਣਾ। ਪ੍ਰੋਬਲਮ ਹੈ ਨਾ। ਤਾਂ ਸਾਨੂੰ ਉਲਝਾਇਆ ਗਿਆ। ਰੀਜਨ ਇਹ ਕਿ ਅਸੀਂ ਰੱਬ ਨੂੰ ਕਿਤੇ ਉੱਤੇ ਮੰਨ ਬੈਠੇ, ਵੀ ਅਲੱਗ ਬੈਠਾ ਹੈ, ਕਿਤੇ ਸਵਰਗ ਵਿੱਚ ਬੈਠਾ ਹੈ, ਬੈਕੁੰਠ ਵਿੱਚ ਬੈਠਾ ਹੈ, ਜੰਨਤ ਵਿੱਚ ਬੈਠਾ ਹੈ, ਤੇ ਜਿਵੇਂ ਅਸੀਂ ਕਹਿੰਦੇ ਹਾਂ ਸੱਚਖੰਡ ਵਿੱਚ ਬੈਠਾ ਨਾ, ਕਿੱਥੇ ਬੈਠਾ ਹੈ ਉਹ? ਸਭੈ ਘਟ ਰਾਮ ਬੋਲੇ, ਘਟ ਘਟ ਮੈਂ ਹਰ ਜੂ ਬਸੈ, ਜਲ ਥਲ ਮਹੀਲ ਪੂਰਿਆ। ਉਹ ਮੇਰੇ ਵਿੱਚ ਵੀ ਬੈਠਾ ਹੈ, ਉਹ ਤੁਹਾਡੇ ਵਿੱਚ ਵੀ ਬੈਠਾ ਹੈ, ਤੇ ਅੰਦਰ ਬੈਠਾ ਰੱਬ ਸਾਰਿਆਂ ਨੂੰ ਗੁਣ ਦੇ ਰਿਹਾ ਹੈ, ਅੰਦਰ ਉਹ ਗੁਣਾਂ ਦਾ ਖਜ਼ਾਨਾ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਗੁਣਵੰਤਿਆਂ ਗੁਣ ਦੇ, ਜਿਹੜਾ ਗੁਣਵਾਨਾਂ ਨੂੰ ਅੰਦਰ ਬੈਠਾ ਰੱਬ ਗੁਣ ਦੇ ਰਿਹਾ ਹੈ ਨਾ, ਨਾਨਕ ਨਿਰਗੁਣ ਗੁਣ ਕਰੇ। ਉਹ ਨਿਰਗੁਣਿਆਰਿਆਂ ਨੂੰ ਵੀ ਗੁਣੀ ਕਰਨ ਦੀ ਸਮਰੱਥਾ ਰੱਖਦਾ ਹੈ, ਨਿਰਗੁਣਿਆਰਿਆਂ ਨੂੰ ਵੀ ਗੁਣੀ ਕਰਨ ਦੀ ਸਮਰੱਥਾ ਰੱਖਦਾ ਹੈ। ਹੁਣ ਸਾਨੂੰ ਕਿਹਾ ਜਾਂਦਾ ਨਾ ਕਿ ਸਾਰਿਆਂ ਦੇ ਵਿੱਚ ਰੱਬ ਨੂੰ ਵੇਖੋ, ਤੇ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਪਾਪੀ ਅਪਰਾਧੀ, ਉਹਨਾਂ ਵਿੱਚ ਰੱਬ ਨੂੰ ਕਿਵੇਂ ਵੇਖੀ? ਉਹਨਾਂ ਵਿੱਚ ਰੱਬ ਨੂੰ ਵੇਖੋ ਕਿ ਰੱਬ ਦੀ ਜੋਤ ਹੈ, ਰੱਬ ਦੀ ਜੋਤ ਹੈ, ਇਹਦੇ ਅੰਦਰ ਰੱਬ ਦੀ ਸੱਤਿਆ ਹੈ, ਰੱਬ ਦੇ ਗੁਣ ਇਹਦੇ ਅੰਦਰ ਮੌਜੂਦ ਨੇ, ਪਰ ਇਹਨੂੰ ਪਤਾ ਨਹੀਂ। ਉਹਦੇ ਨਾਲ ਪਿਆਰ ਕਰੋ, ਉਹਨੂੰ ਪਿਆਰ ਦੇ ਨਾਲ ਸਮਝਾਓ, ਸਮਝਾਓ ਉਹਨੂੰ ਇਹ ਚੀਜ਼ ਕਿ ਤੇਰੇ ਅੰਦਰ ਇਹ ਚੀਜ਼ਾਂ ਹੈ ਨੇ। ਕਦੇ ਤੁਸੀਂ ਪਾਗਲਾਂ ਦੇ ਹਸਪਤਾਲ ਵਿੱਚ ਗਏ ਹੋਵੋ, ਜਿਹੜਾ ਕੋਈ ਵੀਰ ਭੈਣ ਗਿਆ ਹੋਏਗਾ ਉਹਨੂੰ ਪਤਾ ਹੈ, ਮੈਂ ਜਾਂਦਾ ਰਹਿੰਦਾ ਵਾਂ ਪਾਗਲਾਂ ਦੇ ਹਸਪਤਾਲ ਵਿੱਚ। ਉੱਥੇ 3 ਚੀਜ਼ਾਂ ਲਿਖੀਆਂ ਹੁੰਦੀਆਂ ਨੇ, ਬਹੁਤ ਵਧੀਆ, ਔਰ ਇਹ ਸਾਡੀ ਜ਼ਿੰਦਗੀ ਵਿੱਚ ਕੰਮ ਆ ਸਕਦੀਆਂ ਨੇ, ਆਮ ਜ਼ਿੰਦਗੀ ਜੀਣ ਵਾਸਤੇ। 3 ਗੱਲਾਂ ਲਿਖੀਆਂ ਹੁੰਦੀਆਂ ਨੇ। ਪਹਿਲੀ ਗੱਲ ਲਿਖੀ ਹੁੰਦੀ ਹੈ ਕਿ ਇਹ ਮਰੀਜ਼ ਦਾਖਲ ਨੇ, ਇਹਨਾਂ ਦਾ ਵਿਹਾਰ ਆਪਣੇ ਵੱਸ ਵਿੱਚ ਨਹੀਂ, ਕਿਉਂਕਿ ਜੇ ਆਪਣੇ ਵੱਸ ਵਿੱਚ ਹੁੰਦਾ ਤੇ ਇੱਥੇ ਆਉਂਦੇ ਹੀ ਕਿਉਂ? ਕਿਤੇ ਨਾ ਜਦੋਂ ਆ ਪਾਕਿਸਤਾਨ ਇੰਡੀਆ ਬਣਿਆ ਹੈ, ਤੇ ਕਹਿੰਦੇ ਨੇ ਜਵਾਹਰ ਲਾਲ ਜੀ ਗਏ ਕਿਤੇ ਜਵਾਹਰ ਵਿੱਚ ਮਿਲਣ ਵਾਸਤੇ, ਵੇਖਣ ਵਾਸਤੇ, ਤੇ ਪਾਗਲਾਂ ਦੇ ਡਾਕਟਰ ਨੇ ਵੀ ਪਾਗਲਾਂ ਨੂੰ ਇਕੱਠਿਆਂ ਕੀਤਾ ਵੀ ਜਵਾਹਰ ਲਾਲ ਨਹਿਰੂ ਤੁਹਾਨੂੰ ਮਿਲਣ ਵਾਸਤੇ ਆਏ ਨੇ। ਖੁਸ਼ੀ ਦੀ ਗੱਲ ਵਿਚਾਰੇ, ਉਹਨਾਂ ਨੂੰ ਕੀ ਪਤਾ ਕੌਣ ਆਇਆ ਕੌਣ ਨਹੀਂ। ਤੇ ਇੱਕ ਪਾਗਲ ਨੇ ਪੁੱਛਿਆ ਵੀ ਤੂੰ ਕੌਣ ਹੈ? ਤੇ ਉਹ ਕਹਿੰਦਾ ਮੈਂ ਜਵਾਹਰ ਲਾਲ ਹਾਂ, ਇੰਡੀਆ ਦਾ ਪ੍ਰਧਾਨ ਮੰਤਰੀ ਜਵਾਹਰ ਲਾਲ। ਤੇ ਪਾਗਲ ਬੜਾ ਖੁਸ਼ ਹੋਇਆ, ਹੱਸਿਆ, ਕਹਿੰਦਾ ਆ ਜਾ ਆ ਜਾ ਅੰਦਰ, ਠੀਕ ਹੋ ਜਾਏਗਾ ਤੂੰ ਵੀ। ਜਦੋਂ ਮੈਂ ਇੱਥੇ ਆਇਆ ਸਾਂ ਉਦੋਂ ਮੈਂ ਮਹਾਤਮਾ ਗਾਂਧੀ ਹੁੰਦਾ ਸਾਂ, ਹੁਣ ਮੈਂ ਠੀਕ ਹੋ ਗਿਆ।
ਵਿਹਾਰ ਨਹੀਂ ਨਾ ਵਸ ਵਿੱਚ। ਪਹਿਲੀ ਗੱਲ ਲਿਖੀ ਹੁੰਦੀ ਹੈ ਵੀ ਇੱਥੇ ਜਿਹੜੇ ਮਰੀਜ਼ ਦਾਖਲ ਨੇ ਉਹਨਾਂ ਦਾ ਵਿਹਾਰ ਆਪਣੇ ਵਸ ਵਿੱਚ ਨਹੀਂ। ਦੂਜੀ ਗੱਲ ਇਹ ਲਿਖੀ ਹੁੰਦੀ ਹੈ ਕਿ ਇਹਨਾਂ ਲੋਕਾਂ ਦੇ ਵਿਹਾਰ ਦਾ ਗੁੱਸਾ ਨਾ ਕਰੋ, ਗੁੱਸਾ ਨਾ ਕਰੋ, ਕਿਉਂਕਿ ਇਹਨਾਂ ਦਾ ਵਿਹਾਰ ਵਸ ਵਿੱਚ ਨਹੀਂ ਨਾ। ਉਹ ਡਾਕਟਰਾਂ ਨੂੰ ਗਾਲਾਂ ਕੱਢ ਦਿੰਦੇ ਨੇ, ਮੁੱਕੇ ਮਾਰ ਦਿੰਦੇ ਨੇ, ਥੁੱਕ ਦਿੰਦੇ ਨੇ, ਪਰ ਡਾਕਟਰ ਗੁੱਸਾ ਨਹੀਂ ਕਰਦੇ ਵੀ ਇਹਦੀ ਛੁੱਟੀ ਕਰ ਦਿਓ ਵੀ ਇਸ ਤਰ੍ਹਾਂ ਬੋਲਦਾ, ਕਿਉਂਕਿ ਪਾਗਲ ਹੈ ਨਾ। ਡਾਕਟਰ ਨੂੰ ਪਤਾ ਹੈ ਕਿ ਇਹਦਾ ਵਿਹਾਰ ਆਪਣੇ ਵਸ ਵਿੱਚ ਨਹੀਂ। ਦੂਜੀ ਗੱਲ ਲਿਖੀ ਹੁੰਦੀ ਹੈ ਕਿ ਇਹਦਾ ਵਿਹਾਰ ਆਪਣੇ ਵਸ ਵਿੱਚ ਨਹੀਂ। ਤੀਜੀ ਗੱਲ ਉੱਥੇ ਲਿਖੀ ਹੁੰਦੀ ਹੈ ਕਿ ਇਹਨਾਂ ਨੂੰ ਤੁਹਾਡੀ ਦਇਆ ਦੀ ਲੋੜ ਹੈ। ਜਿਹੜੇ ਇੱਥੇ ਮਰੀਜ਼ ਦਾਖਲ ਨੇ ਇਹਨਾਂ ਦਾ ਵਿਹਾਰ ਆਪਣੇ ਵਸ ਵਿੱਚ ਨਹੀਂ, ਇਹਨਾਂ ਦੇ ਵਿਹਾਰ ਦਾ ਗੁੱਸਾ ਨਾ ਕਰੋ, ਇਹਨਾਂ ਨੂੰ ਤੁਹਾਡੀ ਦਇਆ ਦੀ ਲੋੜ ਹੈ। ਇਹਨਾਂ ਤੇ ਦਇਆ ਕਰੋ, ਇਹਨਾਂ ਨਾਲ ਪਿਆਰ ਕਰੋ, ਇਹਨਾਂ ਨਾਲ ਪਿਆਰ ਵਿਹਾਰ ਇਹਨਾਂ ਦੇ ਨਾਲ ਕਰੋ, ਤੁਹਾਡੀ ਦਇਆ ਦੀ ਲੋੜ ਹੈ। ਇਹ ਤਿੰਨ ਗੱਲਾਂ ਸੱਚੀਆਂ ਨੇ। ਤੇ ਚੌਥੀ ਗੱਲ ਤੁਹਾਨੂੰ ਮੈਂ ਆਪਣੇ ਕੋਲੋਂ ਕਹਿ ਰਿਹਾ, ਇਸ ਦੁਨੀਆ ਵਿੱਚ ਜੀਣ ਵਾਸਤੇ ਇਹ ਗੱਲ ਯਾਦ ਰੱਖਣਾ ਕਿ ਸਾਰੇ ਪਾਗਲ ਹਸਪਤਾਲਾਂ ਵਿੱਚ ਦਾਖਲ ਨਹੀਂ ਹੁੰਦੇ, ਸਮਾਜ ਵਿੱਚ ਵੀ ਬੜੇ ਫਿਰਦੇ ਨੇ, ਸਾਡੇ ਘਰਾਂ ਵਿੱਚ ਵੀ ਹੁੰਦੇ ਨੇ, ਘਰਾਂ ਵਿੱਚ ਵੀ ਹੁੰਦੇ ਨੇ, ਸਮਾਜ ਵਿੱਚ ਵੀ ਫਿਰਦੇ ਨੇ। ਤੇ ਅਸੀਂ ਇਸ ਸਮਾਜ ਦੇ ਅੰਦਰ ਕਿਵੇਂ ਰਹਿ ਸਕਦੇ ਹਾਂ? ਜੇ ਕੋਈ ਗਲਤੀ ਕਰ ਰਿਹਾ ਹੈ ਤਾਂ ਅਸੀਂ ਇਹ ਚੀਜ਼ ਸੋਚੀਏ ਕਿ ਇਸ ਬੰਦੇ ਦਾ ਵਿਹਾਰ ਆਪਣੇ ਵਸ ਵਿੱਚ ਨਹੀਂ, ਮੈਂ ਇਹਦੇ ਵਿਹਾਰ ਦਾ ਗੁੱਸਾ ਨਹੀਂ ਕਰਨਾ, ਮੈਂ ਇਹਦੇ ਤੇ ਦਇਆ ਕਰਨੀ ਹੈ। ਜੇ ਕਾਸ਼ ਇਹੋ ਜਿਹਾ ਸਾਡਾ ਸੁਭਾਅ ਹੋ ਜਾਏ, ਆਮ ਬੰਦੇ ਦੀ ਸੋਚ ਤਾਂ ਜ਼ਿੰਦਗੀ ਬਦਲ ਸਕਦੀ ਹੈ। ਨਾਨਕ ਨਿਰਗੁਣ ਗੁਣ ਕਰੇ। ਜਿਹੜੇ ਗੁਣਵਾਨਾਂ ਨੂੰ ਗੁਣ ਮਿਲੇ ਨੇ ਅੰਦਰੋਂ ਮਿਲੇ ਨੇ, ਤੇ ਜਿਨ੍ਹਾਂ ਸਾਡੇ ਕੋਲ ਗੁਣ ਨਹੀਂ ਉਹਨਾਂ ਨੂੰ ਵੀ ਅੰਦਰੋਂ ਮਿਲ ਸਕਦੇ ਨੇ। ਪੋਸੀਬਿਲਿਟੀ ਹੈ, ਸੰਭਾਵਨਾ ਹੈ, ਸਕਾਰਾਤਮਕ ਸੋਚ ਹੈ। ਗੁਰੂ ਜੀ ਸਾਨੂੰ ਇਹ ਸੋਚ ਦੇ ਰਹੇ ਨੇ ਕਿ ਜਿਨ੍ਹਾਂ ਨਿਰਗੁਣ ਗੁਣਵਾਨਾਂ ਨੂੰ ਗੁਣ ਦਿੱਤੇ ਨੇ ਨਾ ਅੰਦਰ ਬੈਠੇ ਰੱਬ ਨੇ, ਉਹ ਤੁਹਾਨੂੰ ਵੀ ਦੇ ਸਕਦਾ ਹੈ। ਤੁਹਾਡੇ ਅੰਦਰ ਵੀ ਉਹੀ ਰੱਬ ਹੈ, ਤੁਹਾਡੇ ਅੰਦਰ ਵੀ ਉਹ ਸਿਸਟਮ ਹੈ, ਤੁਹਾਡੇ ਅੰਦਰ ਵੀ ਉਹ ਗੁਣ ਮੌਜੂਦ ਨੇ। ਜੇ ਇੱਕ ਡਾਕਟਰ ਬਣ ਗਿਆ ਤੇ ਤੁਸੀਂ ਵੀ ਬਣ ਸਕਦੇ ਹੋ, ਇੱਕ ਇੰਜੀਨੀਅਰ ਹੋ ਗਿਆ ਤੁਸੀਂ ਵੀ ਹੋ ਸਕਦੇ ਹੋ, ਇੱਕ ਜੇ ਧਾਰਮਿਕ ਇਨਸਾਨ ਹੋ ਗਿਆ ਤੁਸੀਂ ਵੀ ਹੋ ਸਕਦੇ ਹੋ, ਇੱਕ ਜੇ ਸਚਿਆਰ ਹੋ ਗਿਆ ਤੁਸੀਂ ਵੀ ਹੋ ਸਕਦੇ ਹੋ, ਕਿਉਂਕਿ ਤੁਹਾਡੇ ਅੰਦਰ ਵੀ ਉਹੀ ਰੱਬ ਬੈਠਾ ਹੈ, ਤੁਹਾਡੇ ਅੰਦਰ ਵੀ ਉਹੀ ਸਿਸਟਮ ਹੈ, ਉਹੀ ਦਿਮਾਗ ਹੈ, ਮਨ ਹੈ, ਬੁੱਧ ਹੈ, ਚਿੱਤ ਹੈ, ਸਾਰਾ ਕੁਝ ਤੁਹਾਡੇ ਕੋਲ ਉਹੀ ਹੈ। ਔਰ ਇਹ ਸੰਸਾਰ ਵੀ ਉਹੀ ਹੈ ਜਿਹਦੇ ਵਿੱਚ ਉਹ ਜੀ ਰਿਹਾ ਹੈ। 9 ਮਹੀਨੇ ਮਾਂ ਦੇ ਗਰਭ ਵਿੱਚ ਹੋ ਰਿਹਾ ਹੈ, ਇੰਨਾ ਸਮਾਂ ਤੁਸੀਂ ਰਹੇ ਹੋ। 24 ਘੰਟੇ ਸਮਾਂ ਉਹਨੂੰ ਮਿਲਦਾ ਹੈ, 24 ਤੁਹਾਨੂੰ ਮਿਲਦਾ ਹੈ। ਅਸੀਂ ਕਹਿੰਦੇ ਹਾਂ ਸਾਡੇ ਕੋਲ ਟਾਈਮ ਨਹੀਂ, ਮੈਨੂੰ ਟਾਈਮ ਨਹੀਂ ਮਿਲਿਆ। ਵੀ ਟਾਈਮ ਕਿਉਂ ਨਹੀਂ ਮਿਲਿਆ? 24 ਘੰਟੇ ਹਰ ਇੱਕ ਨੂੰ ਮਿਲ ਰਹੇ ਨੇ ਰੋਜ਼, ਚੰਗੇ ਨੂੰ ਵੀ, ਮਾੜੇ ਨੂੰ ਵੀ, ਫੇਲੀਅਰ ਨੂੰ ਵੀ, ਪਾਸ ਨੂੰ, ਪਾਪੀ ਨੂੰ ਵੀ ਔਰ ਧਰਮੀ ਨੂੰ ਵੀ, ਚੰਗੇ ਨੂੰ, ਮਾੜੇ ਨੂੰ, ਸਭ ਨੂੰ 24 ਘੰਟੇ ਬਰਾਬਰ ਇੱਕੋ ਹੀ ਸੂਰਜ, ਇੱਕੋ ਹੀ ਚੰਦਰਮਾ, ਇੱਕੋ ਹੀ ਹਵਾ, ਇੱਕੋ ਹੀ ਸਿਸਟਮ। ਲੇਕਿਨ ਇੱਕ ਨੇ ਸਿਸਟਮ ਨੂੰ ਫੋਲੋ ਕੀਤਾ ਹੈ, ਦੂਜੇ ਨੇ ਫੋਲੋ ਨਹੀਂ ਕੀਤਾ। ਸਾਡੇ ਕੋਲ ਬਹਾਨੇ ਨੇ, ਅਸੀਂ ਫੇਲ ਹੋਣ ਵਾਸਤੇ ਬਹਾਨੇ ਲੱਭਦੇ ਹਾਂ। ਕਾਸ਼ ਉਦੋਂ ਮੇਰੀ ਮਾਂ ਨਾ ਮਰਦੀ, ਕਾਸ਼ ਸਾਡੇ ਕੋਲ ਪੈਸੇ ਹੁੰਦੇ ਮੈਂ ਪੜ੍ਹ ਲੈਂਦਾ, ਕਾਸ਼ ਮੇਰੇ ਕੋਲ ਸਮਾਂ ਹੁੰਦਾ, ਕਾਸ਼ ਮੈਂ ਉਦੋਂ ਘਰ ਖਰੀਦਿਆ ਹੁੰਦਾ, ਕਾਸ਼ ਉਦੋਂ ਮੈਂ ਕਾਰ ਖਰੀਦ ਲੈਂਦਾ, ਮੇਰੇ ਕੋਲ ਜੌਬ ਨਹੀਂ ਹੈ, ਕਾਸ਼ ਮੇਰੇ ਕੋਲ ਜੌਬ ਹੁੰਦੀ। ਵੀ ਜੇ ਸਾਰਾ ਕੁਝ ਹੁੰਦਾ ਤੇ ਫਿਰ ਤੇ ਸਾਰੇ ਹੀ ਕਰ ਲੈਂਦੇ ਨੇ। ਕਾਸ਼ ਮੇਰੇ ਕੋਲ ਹਾਲਾਤ ਹੁੰਦੇ। ਹਾਲਾਤ ਕਿਸੇ ਦੇ ਚੰਗੇ ਨਹੀਂ ਹੁੰਦੇ, ਹਾਲਾਤ ਆਪ ਬਣਾਉਣੇ ਪੈਂਦੇ ਨੇ, ਮੌਕੇ ਆਪ ਪੈਦਾ ਕਰਨੇ ਪੈਂਦੇ ਨੇ। ਗੁਰੂ ਗੋਬਿੰਦ ਸਿੰਘ ਜੀ ਸੋਚਦੇ ਰਹਿੰਦੇ ਵੀ ਜਦੋਂ ਮੇਰੇ ਕੋਲ ਫੌਜਾਂ ਹੋਣਗੀਆਂ, ਕਿਲੇ ਹੋਣਗੇ। ਫਿਰ 11 ਸਾਲ ਦੀ ਉਮਰ, ਤੇ 11 ਸਾਲ ਦੀ ਉਮਰ ਦੇ ਵਿੱਚ ਪਿਤਾ ਦਾ ਸ਼ੀਸ਼ ਸਾਹਮਣੇ ਆਇਆ ਹੈ, ਧੜ ਮਿਲਿਆ ਵੀ ਨਹੀਂ। ਤੇ 11 ਸਾਲ ਦੀ ਉਮਰ ਦੇ ਬੱਚੇ ਦੇ ਨਾਲ ਜੇ ਇਹੋ ਜਿਹਾ ਭਾਣਾ ਵਾਪਰ ਜਾਏ ਤੇ ਉਹ ਕੀ ਸੋਚੇਗਾ? ਲੇਕਿਨ ਗੁਰੂ ਗੋਬਿੰਦ ਸਿੰਘ ਜੀ ਨੇ ਐਵੇਂ ਨਹੀਂ ਸੋਚਿਆ। ਇੱਕ ਪਾਸੇ ਪਿਤਾ ਦੇ ਸ਼ੀਸ਼ ਦਾ ਅੰਤਮ ਸੰਸਕਾਰ ਹੋ ਰਿਹਾ ਹੈ, ਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਅੰਦਰ ਜੋਸ਼ ਭਰ ਰਹੇ ਨੇ ਤੇ ਕਹਿ ਰਹੇ ਨੇ, ਐ ਸਿੰਘੋ, ਹੁਣ ਸ਼ਾਂਤਮਈ ਸ਼ਹੀਦੀਆਂ ਦੇ ਨਾਲ ਕੰਮ ਨਹੀਂ ਚੱਲੇਗਾ। ਇਸ ਪਸ਼ੂ ਹੋ ਚੁੱਕੀ ਆਤਮਾ ਨੂੰ ਜਗਾਉਣ ਵਾਸਤੇ ਹੁਣ ਹਥਿਆਰਾਂ ਦੀ ਜ਼ਰੂਰਤ ਪਵੇਗੀ। ਹੁਣ ਇੱਥੇ ਦੁਸ਼ਾਲਿਆਂ ਦੀ ਲੋੜ ਨਹੀਂ ਹੈ, ਇੱਥੇ ਚੜਾਵਿਆਂ ਦੀ ਲੋੜ ਨਹੀਂ, ਇੱਥੇ ਕੀਮਤੀ ਘੋੜੇ ਲਿਆਓ, ਇੱਥੇ ਹਥਿਆਰ ਲਿਆਓ, ਇੱਥੇ ਆਪਣੀਆਂ ਜਵਾਨੀਆਂ ਪੇਸ਼ ਕਰੋ ਔਰ ਇਸ ਦੁਨੀਆ ਦੇ ਨਕਸ਼ੇ ਨੂੰ ਬਦਲ ਦਿਓ। ਔਰ ਹਕੀਕਤ ਹੈ, ਪੂਰੀ ਦੀ ਪੂਰੀ ਹਿੰਦੁਸਤਾਨ ਦਾ ਨਕਸ਼ਾ ਬਦਲ ਦਿੱਤਾ ਆਉਣ ਵਾਲੇ ਟਾਈਮ ਦੇ ਅੰਦਰ ਸਿੱਖਾਂ ਨੇ, ਗੁਰੂ ਦੀ ਅਗਵਾਈ ਦੇ ਅੰਦਰ। ਤਾਂ ਜ਼ਰੂਰਤ ਹੈ ਨਾ ਅੰਦਰ
ਸਾਰਿਆਂ ਦੇ ਇਹ ਚੀਜ਼ਾਂ ਪਈਆਂ ਨੇ, ਮੇਰੇ ਵਿੱਚ ਵੀ, ਤੁਹਾਡੇ ਵਿੱਚ ਵੀ, ਪਰ ਅਸੀਂ ਸੋਚਦੇ ਹੀ ਪੁੱਠੇ ਹਾਂ। ਯਾਦ ਰੱਖਣਾ, ਜੇ ਹਾ ਸੇਵੈ ਤੇਹੋ ਹੋਏ, ਜਿਹੋ ਜਿਹਾ ਕੋਈ ਸੋਚਦਾ ਹੈ ਵੈਸਾ ਹੀ ਹੁੰਦਾ ਹੈ। ਜੋ ਤੁਸੀਂ ਆਪਣੇ ਵਾਸਤੇ ਸੋਚਦੇ ਹੋ ਤੁਸੀਂ ਵੈਸੇ ਬਣ ਜਾਂਦੇ ਹੋ। ਜਿਹੋ ਜਿਹਾ ਤੁਸੀਂ ਦੂਜਿਆਂ ਵਾਸਤੇ ਸੋਚਦੇ ਹੋ ਉਹੋ ਜਿਹਾ ਤੁਹਾਨੂੰ ਦਿਸਣ ਲੱਗ ਜਾਂਦਾ ਹੈ। ਜਦੋਂ ਅਸੀਂ ਕਹਿੰਦੇ ਆ ਮੇਰੀ ਤਾਂ ਯਾਦਦਾਸ਼ਤ ਕਮਜ਼ੋਰ ਹੈ, ਮੈਨੂੰ ਤਾਂ ਕੁਛ ਯਾਦ ਨਹੀਂ ਹੋਣਾ, ਬਾਣੀ ਪੜ੍ਹਨੀ ਨਹੀਂ ਆਉਣੀ, ਬਾਣੀ ਦੇ ਅਰਥ ਸਾਡੇ ਤੋਂ ਕਿੱਥੇ ਵਿਚਾਰੇ ਜਾਣੇ ਨੇ, ਤਾਂ ਜਦੋਂ ਆਪਣੇ ਅੰਦਰ ਇੰਨੀ ਨੈਗੇਟਿਵਿਟੀ ਭਰ ਰਹੇ ਹੋ ਤੇ ਹੀ ਕੁਛ ਹੋਏਗਾ, ਦਿਮਾਗ ਐਵੇਂ ਹੀ ਕਰੇਗਾ। ਤੇ ਜੇ ਤੁਸੀਂ ਕਹੋ ਕਿ ਹਾਂ ਮੈਂ ਸਭ ਕੁਝ ਕਰ ਸਕਣਾ, ਮੇਰੇ ਅੰਦਰ ਸ਼ਕਤੀ ਹੈ, ਇਹ ਦੁਨੀਆ ਬਹੁਤ ਸੁਹਾਵਣੀ ਹੈ, ਮੇਰੇ ਚਾਰ ਚੁਫੇਰੇ ਖੁਸ਼ੀਆਂ, ਖੇੜੇ, ਪ੍ਰਸੰਨਤਾਵਾਂ ਮੌਜੂਦ ਨੇ, ਮੇਰੀਆਂ ਅੱਖਾਂ ਵਿੱਚ ਚਮਕ ਹੈ, ਮੇਰੇ ਚਿਹਰੇ ਤੇ ਨੂਰ ਹੈ, ਮੇਰੇ ਬੁੱਲਾਂ ਤੇ ਮੁਸਕਰਾਹਟ ਹੈ, ਮੈਂ ਟਾਈਮ ਦਾ ਪਾਬੰਦ ਹਾਂ, ਮੈਂ ਸ਼ਕਤੀ ਮੇਰੇ ਅੰਦਰ ਹੈ, ਮੈਂ ਇਸ ਯੂਨੀਵਰਸ ਦੇ ਅੰਦਰ ਰੱਬ ਦੀ ਸਪੈਸ਼ਲ ਕ੍ਰੀਏਸ਼ਨ ਹਾਂ, ਮੈਂ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹਾਂ, ਮੇਰਾ ਪਿਆਰ, ਮੇਰਾ ਵਿਹਾਰ ਬੜੇ ਪਿਆਰ ਵਾਲਾ, ਨਿਮਰਤਾ ਵਾਲਾ ਹੈ, ਮੇਰੇ ਸਾਰਾ ਹੀ ਲੋਕ ਆਦਰ ਔਰ ਸਤਿਕਾਰ ਕਰਦੇ ਨੇ। ਤਾਂ ਜ਼ਰੂਰਤ ਹੈ ਇਸ ਚੀਜ਼ ਦੀ। ਇੱਥੇ ਨਾ ਅੱਜ ਕੱਲ ਜਦੋਂ ਤੁਸੀਂ ਪੜ੍ਹੋਗੇ ਦਾ ਸੀਕ੍ਰੇਟ ਇੱਕ ਕਿਤਾਬ ਹੈ, ਰਹੱਸੇ ਹਿੰਦੀ ਦੀ ਕਿਤਾਬ ਹੈ, ਪੰਜਾਬੀ ਵਿੱਚ ਵੀ ਹੈ, ਔਰ ਹੋਰ ਬਹੁਤ ਸਾਰੇ ਜਦੋਂ ਅਸੀਂ ਲਿਟਰੇਚਰ ਪੜ੍ਹਦੇ ਹਾਂ ਤਾਂ ਇੱਕ ਲਾ ਆਫ ਅਟਰੈਕਸ਼ਨ ਨੂੰ ਫਲਿਤ ਕੀਤਾ ਗਿਆ ਹੈ, ਲਾ ਆਫ ਅਟਰੈਕਸ਼ਨ, ਕਿ ਜਿਹੜਾ ਤੁਸੀਂ ਜਿਹੋ ਜਿਹੇ ਬਣਦੇ ਹੋ ਉਹਨਾਂ ਚੀਜ਼ਾਂ ਨੂੰ ਆਪਣੇ ਵੱਲ ਅਟਰੈਕਟ ਕਰਦੇ ਹੋ। ਲੇਕਿਨ ਲਾ ਆਫ ਅਟਰੈਕਸ਼ਨ ਦੀ ਬਜਾਏ ਲਾ ਆਫ ਐਕਸ਼ਨ ਜ਼ਿਆਦਾ ਕੰਮ ਕਰਦਾ ਹੈ। ਜੋ ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਅਟਰੈਕਟ ਤਾਂ ਸ਼ਾਇਦ ਨਾ ਕਰ ਪਾਓ, ਲੇਕਿਨ ਲਾ ਆਫ ਐਕਸ਼ਨ ਕਾਮਯਾਬ ਹੋਣ ਵਾਸਤੇ ਬਹੁਤ ਜ਼ਰੂਰੀ ਹੈ। ਐਕਸ਼ਨ ਲਓ, ਸੋਚੋ ਔਰ ਉਹਦੇ ਤੇ ਐਕਸ਼ਨ ਲਓ, ਨਾਲ ਦੇ ਨਾਲ ਹੁਣੇ ਹੀ ਕਰੋ, ਕੱਲ ਦੀ ਵੇਟ ਨਾ ਕਰੋ, ਪਰਸੋਂ ਦੀ ਵੇਟ ਨਾ ਕਰੋ, ਕੱਲ ਕਦੇ ਕਿਸੇ ਦੀ ਜ਼ਿੰਦਗੀ ਵਿੱਚ ਨਹੀਂ ਆਇਆ। ਜੇ ਤੁਸੀਂ ਐਸੇ ਇਨਸਾਨ ਬਣਨਾ ਚਾਹੁੰਦੇ ਹੋ ਤਾਂ ਐਕਸ਼ਨ ਅੱਜ ਹੀ, ਹੁਣੇ ਹੀ ਸੱਚ ਬੋਲੋ, ਹੁਣੇ ਹੀ ਦਇਆ ਪੈਦਾ ਕਰੋ। ਜੇ ਕਿਤੇ ਘਰ ਦੇ ਵਿੱਚ ਕਿਸੇ ਨਾਲ ਗੜਬੜ ਹੈ, ਪਤੀ ਪਤਨੀ ਦੀ, ਨੂੰਹ ਸੱਸ ਦੀ, ਜਾਂਦਿਆਂ ਸਾਰ ਮੁਆਫੀ ਮੰਗ ਲਓ ਜੇ ਤੁਹਾਡੀ ਗਲਤੀ ਹੈ। ਜੇ ਤੁਹਾਡੀ ਗਲਤੀ ਹੈ ਪਹਿਲਾਂ ਮੁਆਫੀ ਮੰਗੋ, ਕਦੇ ਨਾ ਸੋਚੋ ਕਿ ਉਹ ਫੋਨ ਪਹਿਲਾਂ ਕਰੇਗਾ ਤੇ ਫਿਰ ਮੈਂ ਕਰਾਂਗਾ। ਤੁਸੀਂ ਪਹਿਲਾਂ ਕਰ ਲਓ, ਤੁਹਾਡਾ ਕਿਹੜਾ ਹੰਕਾਰ ਥੱਲੇ ਡਿੱਗ ਚੱਲਿਆ। ਆਪਣਿਆਂ ਨੂੰ ਫੋਨ ਕਰਨਾ ਹੈ ਤੇ ਆਪਣਿਆਂ ਨੂੰ ਫੋਨ ਕਰਨ ਵਾਸਤੇ ਵੇਟ ਕਾਦੀ, ਪਹਿਲ ਔਰ ਦੂਜ ਇਹ ਹੈ। ਜਿੱਥੇ ਪਿਆਰ ਹੈ ਉੱਥੇ ਚੀਜ਼ਾਂ ਤਾਂ ਹੈ ਨਹੀਂ। ਜੇ ਤੁਹਾਡੇ ਕਿਸੇ ਸੱਜਣ ਮਿੱਤਰ ਨੇ ਤੁਹਾਨੂੰ 4 ਦਿਨ ਫੋਨ ਨਹੀਂ ਕੀਤਾ ਤਾਂ ਤੁਸੀਂ ਸਗੋਂ ਆਪ ਫੋਨ ਕਰੋ, ਹੋ ਸਕਦਾ ਕੋਈ ਪ੍ਰੋਬਲਮ ਹੋਵੇ, ਐਕਸ਼ਨ ਲਓ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਜੋ ਗੁਣਵਾਨਾਂ ਨੂੰ ਗੁਣ ਦਿੰਦਾ ਹੈ, ਨਿਰਗੁਣ ਪ੍ਰਭੂ ਉਹਨੂੰ ਗੁਣ ਦੇਣ ਦੇ ਸਮਰੱਥ ਹੈ। ਇਸੇ ਲਈ ਕਹਿੰਦੇ ਨੇ, ਸਿਮਰੋ ਸਿਮਰੋ ਸਾਸ ਸਾਸ ਮਤ ਬਿਲਮ ਕਰੇ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਇਹ ਫਸਟ ਪਰਸਨ ਦੀ ਗੱਲ ਹੈ, ਇਸ ਲਈ ਸਿਮਰੋ ਨਹੀਂ ਪੜਨਾ। ਸਿਮਰੋ ਦਾ ਮਤਲਬ ਹੋ ਜਾਏਗਾ ਤੁਸੀਂ ਸਿਮਰੋ, ਸਿਮਰੋ ਮੈਂ ਸਿਮਰਾਂ, ਸੁਖ ਪਾਵੋ ਮੈਂ ਸੁਖ ਪਾਵਾਂ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹੇ ਮਿਟਾਵੋ। ਮੈਂ ਸਿਮਰਦਾ ਹਾਂ ਮੀਨਸ ਰੱਬੀ ਗੁਣਾਂ ਨੂੰ ਯਾਦ ਰੱਖਦਾ ਹਾਂ, ਆਪਣੀ ਜ਼ਿੰਦਗੀ ਚੋਂ ਕਲ ਕਲੇਸ਼ ਨੂੰ ਮਿਟਾ ਲੈਂਦਾ ਹਾਂ ਔਰ ਮੈਂ ਸੁਖ ਪਾ ਲੈਂਦਾ। ਤਾਂ ਸਾਡੇ ਅੰਦਰ ਸਮਰੱਥਾ ਹੈ, ਪੋਸੀਬਿਲਿਟੀ ਹੈ ਗੁਣਵਾਨ ਬਣਨ ਦੀ। ਆਪਣੇ ਅੰਦਰ ਝਾਤ ਮਾਰੋ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਦੇਖੋ, ਤੁਹਾਡੇ ਅੰਦਰ ਕਿਹੜੇ ਕਿਹੜੇ ਅਵਗੁਣ ਨੇ, ਦੂਰ ਕਰ ਦਿਓ ਉਹਨਾਂ ਨੂੰ। ਦੇਖੋ ਤੁਹਾਡੇ ਅੰਦਰ ਕਿਹੜੇ ਕਿਹੜੇ ਗੁਣ ਨੇ, ਉਹਨਾਂ ਨੂੰ ਪ੍ਰਫੁੱਲਿਤ ਕਰੋ, ਉਹਨਾਂ ਨੂੰ ਐਕਟੀਵੇਟ ਕਰੋ। ਜਿਹੜੇ ਔਗਣ ਨੇ ਉਹਨਾਂ ਨੂੰ ਡੀਐਕਟੀਵੇਟ ਕਰੋ। ਚੰਦ ਦਿਨਾਂ ਦੇ ਅੰਦਰ ਪੂਰੀ ਜ਼ਿੰਦਗੀ ਬਦਲ ਜਾਏਗੀ। ਤੇ ਅਗਲਾ ਬਚਨ ਕਰਦੇ ਨੇ, ਤੇਹਾ ਕੋਏ ਨਾ ਸੁਝਈ, ਜੇ ਤਿਸ ਗੁਣ ਕੋਏ ਕਰੇ। ਇਹੋ ਜਿਹਾ ਹੋਰ ਕੋਈ ਇਸ ਦੁਨੀਆ ਵਿੱਚ ਨਹੀਂ ਦਿਸਦਾ ਕਿ ਜਿਹੜਾ ਉਸ ਨਿਰਗੁਣ ਯਾਰੇ ਦੇ ਉੱਤੇ ਗੁਣ ਕਰ ਦਵੇ, ਪਰ ਉਪਕਾਰ ਕਰ ਦਵੇ, ਨਿਰਗੁਣ ਯਾਰੇ ਨੂੰ ਗੁਣੀ ਬਣਾ ਦਵੇ। ਰੱਬ ਤੋਂ ਬਿਨਾਂ ਹੋਰ ਕੋਈ ਨਹੀਂ ਦਿਸਦਾ। ਕੌਣ ਬਣਾਏਗਾ? ਕੀ ਕੋਈ ਦੇਵੀ, ਕੋਈ ਦੇਵਤਾ, ਕੋਈ ਕਬਰ, ਕੋਈ ਮੜੀ, ਕੋਈ ਪੀਰ, ਕੋਈ ਜੋਤਸ਼ੀ ਬਣਾਏਗਾ? ਨਾ। ਜੇ ਤੇ ਬਣਾ ਸਕਦੇ ਹੁੰਦੇ ਤਾਂ ਪੂਰੀ ਦੀ ਪੂਰੀ ਦੁਨੀਆ ਗੁਣਵਾਨ ਹੋਣੀ ਚਾਹੀਦੀ ਸੀ। ਘੱਟ ਤੋਂ ਘੱਟ ਇੰਡੀਆ ਤਾਂ ਗੁਣਾਂ ਦੇ ਨਾਲ ਭਰਿਆ ਹੁੰਦਾ, ਕਿਉਂਕਿ ਇੱਥੇ 72,65,000 ਸਾਧੂ ਨੇ। 72,65,000, 71 ਲੱਖ ਹਿੰਦੂ ਵੀਰਾਂ ਦੇ ਨੇ, 1,65,70,000 ਸਾਡੇ ਨੇ। ਇਸ ਤੋਂ ਇਲਾਵਾ ਇੰਡੀਆ ਦੇ ਅੰਦਰ 72,65,000 ਸਾਧੂਆਂ ਤੋਂ ਇਲਾਵਾ ਮੁਸਲਮਾਨਾਂ ਦੇ ਮੁੱਲਾਂ ਨੇ,
ਹਿੰਦੂਆਂ ਦੇ ਪੰਡਿਤ ਨੇ ਮੰਦਰਾਂ ਵਿੱਚ, ਸਿੱਖਾਂ ਦੇ ਰਾਗੀ, ਗ੍ਰੰਥੀ, ਪੁਜਾਰੀ, ਕਥਾਵਾਚਕ ਨੇ, ਹੋਰ ਬਹੁਤ ਸਾਰੇ ਧਰਮ ਪ੍ਰਚਾਰਕ ਨੇ। ਇੰਨੇ ਕੁ ਪ੍ਰਚਾਰਕ ਨੇ ਤੇ ਇੰਡੀਆ ਦਾ ਹਾਲ ਉਹ ਤੁਹਾਡੇ ਸਾਹਮਣੇ ਹੈ। ਰੀਜਨ ਇਹ ਹੈ ਕਿ ਜਿਸ ਨੇ ਗੁਣਵਾਨ ਬਣਾਉਣਾ ਸੀ ਉਹਦੇ ਨਾਲ ਜੁੜੇ ਨਹੀਂ। ਇਮੋਸ਼ਨਲ ਬਲੈਕਮੇਲਿੰਗ ਗੱਲਾਂ, ਇਹ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ। ਇੱਕ ਤੇ ਇਹ ਗੱਲ ਕਿ ਪਹਿਲਾ ਕੋਈ ਇਹੋ ਜਿਹਾ ਵਿਅਕਤੀ ਨਹੀਂ ਜਿਹੜਾ ਰੱਬ ਦੇ ਉੱਤੇ ਕੋਈ ਗੁਣ ਕਰ ਸਕੇ, ਸਿਸਟਮ ਨੂੰ ਬਦਲ ਸਕੇ, ਨਾ, ਐਸਾ ਕੋਈ ਨਹੀਂ। ਤੇ ਦੂਜੀ ਇਹ ਗੱਲ ਕਿ ਕੋਈ ਐਸਾ ਵੀ ਨਹੀਂ ਹੈ ਕਿ ਰੱਬ ਤੋਂ ਬਿਨਾਂ ਤੁਹਾਡੇ ਉੱਤੇ ਕੋਈ ਗੁਣ ਕਰ ਸਕੇ। ਤੇ ਰੱਬ ਕਿਹੜਾ ਹੈ? ਜਿਹੜਾ ਤੁਹਾਡੇ ਅੰਦਰ ਬੈਠਾ ਹੈ। ਇਸ ਲਈ ਤੁਹਾਨੂੰ ਦੁਨੀਆ ਦਾ ਇੱਕ ਆਦਮੀ ਕਾਮਯਾਬ ਕਰ ਸਕਦਾ ਹੈ, ਉਹ ਮੈਂ ਤੁਹਾਨੂੰ ਦੱਸ ਦਿੰਦਾ, ਔਰ ਉਸ ਆਦਮੀ ਨੂੰ ਤੁਸੀਂ ਜਾਣਦੇ ਹੋ। ਇੱਕ ਆਦਮੀ ਹੈ ਦੁਨੀਆ ਅੰਦਰ ਜੋ ਤੁਹਾਨੂੰ ਚੰਗਾ ਬਣਾ ਸਕਦਾ ਹੈ, ਰੱਬ ਤੱਕ ਪਹੁੰਚਾ ਸਕਦਾ ਹੈ, ਦੁਨੀਆ ਦਾ ਮਹਾਨ ਵਿਅਕਤੀ ਬਣਾ ਸਕਦਾ ਹੈ। ਉਹਦਾ ਸਾਥ ਕਦੇ ਨਾ ਛੱਡਿਓ, ਉਹਦੇ ਤੇ ਵਿਸ਼ਵਾਸ ਕਰਿਓ। ਇੱਕ ਆਦਮੀ ਜੋ ਤੁਹਾਨੂੰ ਦੁਨੀਆ ਦਾ ਮਹਾਨ ਵਿਅਕਤੀ ਬਣਾ ਸਕਦਾ ਹੈ, ਜੇ ਉਹਨੂੰ ਵੇਖਣਾ ਚਾਹੁੰਦੇ ਹੋ ਤੇ ਸ਼ੀਸ਼ੇ ਦੇ ਅੱਗੇ ਖਲੋ ਜਾਇਓ। ਜਦੋਂ ਸ਼ੀਸ਼ੇ ਦੇ ਸਾਹਮਣੇ ਖਲੋਗੇ, ਤੁਹਾਨੂੰ ਸਾਹਮਣੇ ਉਸ ਵਿਅਕਤੀ ਦੀ ਮੂਰਤ ਦਿਸੇਗੀ ਜਿਹੜਾ ਤੁਹਾਨੂੰ ਕਾਮਯਾਬ ਕਰ ਸਕਦਾ, ਹੋਰ ਕੋਈ ਨਹੀਂ ਕਰ ਸਕਦਾ। ਔਰ ਤੁਹਾਡਾ ਦੁਸ਼ਮਣ ਵੀ ਤੁਹਾਨੂੰ ਸਾਹਮਣੇ ਦਿਸੇਗਾ ਜਿਹੜਾ ਕਾਮਯਾਬ ਨਹੀਂ ਹੋਣ ਡਿਆ। ਜੇ ਅਸੀਂ ਨਹੀਂ ਹੋ ਰਹੇ ਤੇ ਅਸੀਂ ਖੁਦ ਆਪਣੇ ਦੁਸ਼ਮਣ ਹਾਂ। ਜੇ ਅਸੀਂ ਕਾਮਯਾਬ ਹੋਣਾ ਚਾਹੁੰਦੇ ਹਾਂ ਤਾਂ ਖੁਦ ਅਸੀਂ ਆਪਣੇ ਮਿੱਤਰ ਹਾਂ। ਉਹ ਤੁਹਾਡੇ ਅੰਦਰ ਬੈਠਾ ਹੋਇਆ ਪ੍ਰਭੂ। ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ। ਅੰਦਰ ਬੈਠੇ ਰੱਬ ਤੋਂ ਬਿਨਾਂ ਕੋਈ ਐਸਾ ਨਹੀਂ ਸੁਝਦਾ ਜਿਹੜਾ ਬੰਦੇ ਨੂੰ ਗੁਣਵਾਨ ਬਣਾ ਸਕੇ। ਤਾਂ ਇਟ ਮੀਨਸ ਸਾਡੇ ਅੰਦਰ ਸਮਰੱਥਾ ਹੈ, ਸਾਡੇ ਅੰਦਰ ਅਨੰਤ ਗੁਣ ਨੇ, ਸਾਡੇ ਅੰਦਰ ਉਹ ਪਾਵਰ ਹੈ, ਸਾਡੇ ਅੰਦਰ ਸ਼ਕਤੀ ਹੈ ਜੋ ਸਾਨੂੰ ਰੱਬ ਵਰਗਾ ਬਣਾ ਸਕਦੀ ਹੈ, ਸਚਿਆਰ ਕਰ ਸਕਦੀ ਹੈ। ਇਸ ਲਈ ਇਸ ਪਾਵਨ ਪੰਕਤੀ ਅੰਦਰ, ਇਹ ਪਾਵਨ ਪੌੜੀ ਵਿੱਚ ਸਾਨੂੰ ਦੱਸਿਆ ਜਾ ਰਿਹਾ ਹੈ ਕਿ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ, ਔਰ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਯਾਨੀ ਅਸੀਂ ਸਚਿਆਰ ਕਿਵੇਂ ਹੋ ਸਕਦੇ ਹਾਂ? ਜੇ ਰੱਬ ਦੀ ਨਦਰ ਦੇ ਪਾਤਰ ਬਣ ਜਾਵੀਏ। ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਤੁੱਟੇ ਪਾਲ। ਉਹਦੇ ਵਾਸਤੇ ਇੱਕੋ ਹੀ ਨਿਯਮ ਹੈ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਤਾਂ ਮੈਂ ਫਿਰ ਦੁਹਰਾ ਦਿਆਂ, ਬੇਸ਼ੱਕ ਜਿੰਨੀ ਮਰਜ਼ੀ ਲੰਬੀ ਉਮਰ ਕਿਸੇ ਦੀ ਹੋ ਜਾਏ, ਬੇਸ਼ੱਕ ਨਵਾਂ ਖੰਡਾਂ ਵਿੱਚ ਜਾਣਿਆ ਜਾਏ, ਬੇਸ਼ੱਕ ਹਰ ਬੰਦਾ ਉਹਦਾ ਮਾਣ ਸਤਿਕਾਰ ਕਰੇ, ਉਹਦੀ ਝੂਠੀ ਸ਼ੋਹਰਤ ਵੀ ਬਣ ਜਾਏ, ਨਾਮਨਾ ਵੀ ਖੱਟ ਲਵੇ, ਪਰ ਜੇ ਉਹ ਪ੍ਰਭੂ ਪਰਮਾਤਮਾ ਦੀ ਰਹਿਮਤ ਔਰ ਬਖਸ਼ਿਸ਼ ਦਾ ਪਾਤਰ ਨਹੀਂ ਬਣਿਆ ਤਾਂ ਇੱਕ ਦਿਨ ਐਸਾ ਆਏਗਾ ਕਿ ਉਹਦੀ ਕੋਈ ਬਾਤ ਵੀ ਨਹੀਂ ਪੁੱਛੇਗਾ। ਭਾਵ ਉਹ ਕੀੜਿਆਂ ਦੇ ਅੰਦਰ ਕੀੜਾ ਹੋਏਗਾ, ਉਹਦੀ ਅਸਲੀਅਤ ਦਾ ਪਤਾ ਲੱਗ ਜਾਏਗਾ, ਤੇ ਅਸਲੀਅਤ ਦਾ ਪਤਾ ਲੱਗਣ ਤੋਂ ਬਾਅਦ ਉਹਦੀ ਬੇਪੱਤੀ ਹੋਏਗੀ, ਨਮੋਸ਼ੀ ਦਾ ਉਹਨੂੰ ਸਾਹਮਣਾ ਕਰਨਾ ਪਵੇਗਾ। ਇਸ ਲਈ ਉਸ ਬੰਦੇ ਦੀ ਮਹਾਨਤਾ ਹੈ ਜੋ ਸਚਿਆਰ ਹੋ ਗਿਆ। ਤੇ ਹਰ ਇਨਸਾਨ ਦੇ ਅੰਦਰ ਪ੍ਰਭੂ ਆਪ ਬੈਠਾ ਹੈ। ਤੁਸੀਂ ਹਰ ਇਨਸਾਨ ਰੱਬ ਦਾ ਰੂਪ ਹੋ। ਆਪਣੇ ਅੰਦਰੋਂ ਉਹਨਾਂ ਗੁਣਾਂ ਨੂੰ ਪ੍ਰਗਟ ਕਰੋ ਔਰ ਤੁਸੀਂ ਉਸ ਪ੍ਰਭੂ ਵਰਗੇ ਹੋ ਸਕਦੇ ਹੋ। ਇਹ ਸੰਭਾਵਨਾ ਸਾਡੇ ਸਾਰਿਆਂ ਦੇ ਅੰਦਰ ਮੌਜੂਦ ਹੈ। ਮੈਂ ਇੱਥੇ ਹੀ ਸਮਾਪਤੀ ਕਰਦਾ ਹਾਂ। ਵੀਰ ਤਰਲੋਚਨ ਸਿੰਘ ਜੀ ਹੁਣ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਕਰਨਗੇ। ਜੋ ਅੱਜ ਅਸਾਂ ਪੌੜੀ ਵਿਚਾਰੀ ਹੈ, ਇਹਦੇ ਦਾਇਰੇ ਦੇ ਅੰਦਰ ਰਹਿ ਕੇ ਜੇ ਸਵਾਲ ਕਰੋਗੇ, ਜੇ ਕੋਈ ਤੁਹਾਡਾ ਸਵਾਲ ਹੈ ਤਾਂ ਇਸ ਪਾਵਨ ਬਾਣੀ ਦਾ ਹੋਰ ਸਪਸ਼ਟੀਕਰਨ ਹੋ ਜਾਏਗਾ, ਸਾਨੂੰ ਹੋਰ ਚੰਗੀ ਤਰ੍ਹਾਂ ਸਮਝ ਪੈ ਜਾਏਗੀ ਔਰ ਸਾਡੇ ਸਵਾਲ ਮੁੱਕ ਜਾਣਗੇ। ਹੁਣ ਜੇ ਸਾਡਾ ਸਵਾਲ ਹੋਵੇ ਵੀ ਸਾਨੂੰ ਕੌਣ ਸਭ ਤੋਂ ਵੱਡਾ ਬਣਾ ਸਕਦਾ ਹੈ, ਫਲਾਣਾ ਬਾਬਾ ਫਲਾਣਾ, ਖਤਮ ਹੋ ਗਿਆ ਨਾ ਸਵਾਲ, ਕਿਉਂਕਿ ਤੇਹਾ ਕੋਈ ਨਾ ਸੁਝਈ, ਉਹਦੇ ਤੋਂ ਬਿਨਾਂ ਕੋਈ ਹੈ ਹੀ ਨਹੀਂ ਜਿਹੜਾ ਵੱਡਾ ਕਰ ਸਕਦਾ ਹੈ, ਮਹਾਨ ਬਣਾ ਸਕਦਾ ਹੈ। ਤੇ ਉਹਦੀ ਰਜ਼ਾ ਦੇ ਅੰਦਰ ਤੁਰਨ ਤੋਂ ਬਿਨਾਂ ਜਿੰਨਾ ਮਰਜ਼ੀ ਨਾਮ ਨਾ ਝੂਠਾ ਖੱਟ ਲਓ, ਅੰਦਰੋਂ ਤਾਂ ਪਤਾ ਹੀ ਹੈ ਨਾ ਵੀ ਝੂਠਾ ਨਾਮ ਨਾ ਬਣਾਇਆ ਹੋਇਆ। ਇਸ ਲਈ ਸੁਖ ਸ਼ਾਂਤੀ ਆਨੰਦ ਖੇੜਾ ਪ੍ਰਸੰਨਤਾ ਮੰਗਲ ਤਾਂ ਮਿਲੇਗਾ ਜੇ ਅੰਦਰੋਂ ਬਾਹਰੋਂ ਅਸੀਂ ਇੱਕ ਹੋ ਜਾਵਾਂਗੇ। ਮੈਂ ਇੱਥੇ ਕੀਮਤ ਦਾ ਜਾਚਕ ਹਾਂ। ਅਗਲੀ ਕਾਰਵਾਈ ਵੀਰ ਜੀ ਕਰ ਰਹੇ ਨੇ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹਮੇਸ਼ਾ ਦੀ ਤਰ੍ਹਾਂ ਆਪ ਜੀ ਦਾ ਗਿਆਨੀ ਜੀ। ਅੱਜ ਦੀ ਕਥਾ ਵੀ ਆਪ ਜੀ ਨੇ ਸਾਰਿਆਂ ਨੇ ਸਰਵਣ ਕਰ ਲਈ ਆ। ਤੇ ਜਿੱਦਾਂ ਗਿਆਨੀ ਜੀ ਨੇ ਕਿਹਾ ਕਿ ਜੇ ਤੁਸੀਂ ਅੱਜ ਦੀ ਜਿਹੜੀ ਕਥਾ ਸੀਗੀ ਉਹਦੇ ਵਿੱਚੋਂ ਕੋਈ ਵੀ ਸਵਾਲ ਪੁੱਛਣਾ ਹੋਵੇ ਤਾਂ ਤੁਸੀਂ ਆਪਣੇ ਆਪ ਅਨਮਿਊਟ ਹੋ ਜਾਓ ਤਾਂ ਕਿ ਅਸੀਂ ਆਪ ਜੀ ਦੇ ਕੁਐਸਚਨ ਲੈ ਲਈਏ ਤੇ ਗਿਆਨੀ ਜੀ ਉਹਨਾਂ ਦਾ ਆਨਸਰ ਕਰਨਗੇ। ਤੇ ਹਾਂਜੀ, ਤੇ ਤੁਸੀਂ ਬਿਲਕੁਲ ਤੁਸੀਂ ਆਪੇ ਕਰੋ ਜੀ, ਕਿਉਂਕਿ ਮੈਂ ਇੱਧਰੋਂ ਕੁਛ ਨਹੀਂ ਕਰ ਸਕਦਾ ਇਹਦੇ ਬਾਰੇ। ਅੱਜ ਸਾਡੇ ਨਾਲ ਕਾਫੀ ਹੋਰ
ਸੰਗਤ ਜੁੜੀ ਹੈ ਜੀ। ਉਹਨਾਂ ਦੇ ਨਾਂ ਤਾਂ ਬਹੁਤਿਆਂ ਦੇ ਮੈਨੂੰ ਪਤਾ ਨਹੀਂ, ਪਰ ਇੱਕ ਦੋ ਦੇ ਨਾਮ ਮੈਨੂੰ ਪਤਾ ਹੈ ਜੀ। ਮਿਸਟਰ ਮਿਸਿਸ ਚਾਵਲਾ, ਉਹਨਾਂ ਨੂੰ ਅਸੀਂ ਵੈਲਕਮ ਕਰਦੇ ਹਾਂ ਤੇ ਉਮੀਦ ਹੈ ਕਿ ਤੁਸੀਂ ਗਾਹਾਂ ਨੂੰ ਵੀ ਇਸੇ ਤਰ੍ਹਾਂ ਜੁੜੋਗੇ ਜੀ। ਜਗਜੀਤ ਕੌਰ ਜੀ ਵੈਲਕਮ, ਤੇ ਇੱਕ ਹਰਦੀਪ ਭੋਗਲ, ਉਹਨਾਂ ਨੂੰ ਵੀ ਅਸੀਂ ਵੈਲਕਮ ਕਰਦੇ ਹਾਂ ਜੀ। ਤੇ ਬਾਕੀ ਹੋਰ ਜਿੰਨੇ ਵੀ ਹੋਰ ਜੁੜੇ ਆ, ਕਿਉਂਕਿ ਨਾਮਾਂ ਦੇ ਦੀ ਬਜਾਏ ਕਈ ਵਾਰੀ ਉਹਨਾਂ ਦੇ ਆਈਫੋਨ ਜਾਂ ਹੋਰ ਫੋਨ ਦਾ ਨਾਂ ਲਿਖਿਆ ਹੁੰਦਾ, ਨਹੀਂ ਪਤਾ ਲੱਗਦਾ। ਜਿੰਨੇ ਹੋਰ ਆਏ ਜੀ ਉਹਨਾਂ ਸਾਰਿਆਂ ਨੂੰ ਅਸੀਂ ਵੈਲਕਮ ਕਰਦੇ ਹਾਂ। ਤੇ ਸਾਡੇ ਨਾਲ ਅਰਵਿੰਦਰ ਨੈਂਦਰਾ ਜੀ ਅਨਮਿਊਟ ਹੋਏ ਆ, ਤੇ ਹੋਰ ਕਿਸੇ ਨੇ ਅਨਮਿਊਟ ਹੋਣਾ ਹੋਵੇ ਤਾਂ ਹੁਣੇ ਤੁਸੀਂ ਕਰ ਲਓ ਜੀ। ਅਰਵਿੰਦਰ ਨੈਂਦਰਾ ਜੀ। ਹਾਂਜੀ ਗਿਆਨੀ, ਅੱਜ ਵੀ ਵੈਸੇ ਜਿਹੜਾ ਤੁਸੀਂ ਕਿਹਾ ਸੀ ਕਿ ਜਿੱਦਾਂ ਤੁਸੀਂ ਸੋਚਦੇ ਰਹੋ, ਲਾ ਲਓ ਕਿਸੇ ਦੇ ਬਾਰੇ, ਤੇ ਤੁਹਾਡੇ ਉਦਾਂ ਦੇ ਖਿਆਲ ਬਣ ਜਾਂਦੇ ਆ। ਤੇ ਦੂਸਰਾ ਤੁਸੀਂ ਮੇਰੇ ਖਿਆਲ ਲਾਸਟ ਕੇ ਸੈਸ਼ਨ ਕਿਹਾ ਸੀ ਕਿ ਜਿਸ ਤਰ੍ਹਾਂ ਤੁਸੀਂ ਜੋ ਤੁਸੀਂ ਸੁਣਦੇ ਰਹੋ, ਉਹਦੇ ਬਾਰੇ ਥੋੜਾ ਤੁਸੀਂ ਕਹੋਗੇ ਫਿਰ ਥੋੜਾ ਜਿਹਾ? ਇਹ ਥੋੜਾ ਦੁਬਾਰਾ ਸਵਾਲ ਕਰੋ, ਮੈਂ ਅੰਡਰਸਟੈਂਡ ਨਹੀਂ ਕਰ ਪਾਇਆ। ਹਾਂਜੀ, ਤੁਸੀਂ ਕਿਹਾ ਸੀ ਨਾ ਕਿ ਜਿਸ ਤਰ੍ਹਾਂ ਤੁਸੀਂ ਸੋਚਦੇ ਰਹੋ, ਲਾ ਲਓ ਕਿਸੇ ਦੇ ਬਾਰੇ ਤੁਸੀਂ ਸੋਚਦੇ ਰਹੋ, ਹਾਂਜੀ ਹਾਂਜੀ, ਤੁਹਾਨੂੰ ਉਦਾਂ ਦੇ ਦਿਸਣ ਲੱਗ ਪੈਂਦੇ ਤੁਸੀਂ ਕਹਿੰਦੇ। ਹੂੰ। ਤੇ ਮੈਂ ਕਿਹਾ ਪਿਛਲੇ ਕੋਈ ਸੈਸ਼ਨ ਤੁਸੀਂ ਕਿਹਾ ਸੀ ਕਿ ਜਿੱਦਾਂ ਤੁਸੀਂ ਸੁਣਦੇ ਰਹੋ, ਵੀ ਕੁਝ ਇਦਾਂ ਦਾ ਕੁਝ ਕਿਹਾ ਸੀ ਤੁਸੀਂ। ਹਾਂਜੀ, ਓਕੇ। ਇਸ ਤਰ੍ਹਾਂ ਵੀਰ ਜੀ, ਜਿਵੇਂ ਅਸੀਂ ਨਾ ਸੁਣਦੇ ਆ, ਜੋਤਿਸ਼ ਜਿਹੜੀ ਹੈ, ਜੋਤਿਸ਼ ਸੱਚੀ ਹੁੰਦੀ ਹੈ, ਸਾਡੇ ਹੱਥਾਂ ਦੇ ਉੱਤੇ ਲਕੀਰਾਂ ਲਿਖੀਆਂ ਹੁੰਦੀਆਂ ਨੇ, ਕਿਸਮਤ ਹੁੰਦੀ ਹੈ, ਸਾਡੀ ਪਿੱਛੋਂ ਕਿਸਮਤ ਲਿਖੀ ਆਈ ਹੋਈ ਹੈ, ਤੇ ਅਸੀਂ ਇਹ ਸੁਣ ਕੇ ਸਾਡੇ ਅੰਦਰ ਇਹ ਵਿਸ਼ਵਾਸ ਬਣ ਗਿਆ ਕਿ ਐਵੇਂ ਹੁੰਦਾ ਹੈ, ਕਿਉਂਕਿ ਅਸੀਂ ਇਹ ਝੂਠ ਹੀ ਸੁਣਦੇ ਰਹੇ, ਲੇਕਿਨ ਇਹ ਹੈ ਨਹੀਂ ਹੈ। ਜਦੋਂ ਅਸੀਂ ਇਹਦੀ ਅਸਲੀਅਤ ਵਿਚਾਰਦੇ ਹਾਂ ਤਾਂ ਨਹੀਂ ਹੈ। ਜਿਹੜੇ ਇੱਕ ਝੂਠ ਨੂੰ 100 ਵਾਰੀ ਸੁਣਿਆ ਜਾਏ ਤੇ ਉਹ ਸਾਨੂੰ ਸੱਚ ਪ੍ਰਤੀਤ ਹੋਣ ਲੱਗ ਜਾਂਦਾ, ਇਸ ਲਈ ਸੱਚ ਸੁਣੋ, ਠੀਕ ਹੈ ਨਾ। ਤੇ ਦੂਜੀ ਗੱਲ ਇਹ ਵੀ ਜਿਵੇਂ ਤੁਸੀਂ ਸੋਚਦੇ ਹੋ, ਫਾਰ ਐਗਜ਼ਾਮਪਲ ਤੁਹਾਨੂੰ ਮੇਰੇ ਬਾਰੇ ਕਿਸੇ ਨੇ ਦੱਸਤਾ ਕਿ ਮੋਹਰ ਸਿੰਘ ਜਿਹੜਾ ਕਥਾਵਾਚਕ ਹੈ ਨਾ, ਬੜਾ ਬੇਈਮਾਨ ਬੰਦਾ ਹੈ, ਝੂਠਾ ਹੈਗਾ, ਔਰ ਉਹ ਉਹਦੇ ਤੇ ਵਿਸ਼ਵਾਸ ਦੇ ਲਾਇਕ ਦਾ ਨਹੀਂ ਹੈ। ਹੁਣ ਤੁਸੀਂ ਮੈਨੂੰ ਵੇਖਿਆ ਨਹੀਂ, ਲੇਕਿਨ ਤੁਹਾਨੂੰ ਕਿਸੇ ਨੇ ਗੱਲ ਕਹਿ ਦਿੱਤੀ ਕਿ ਮੋਹਰ ਸਿੰਘ ਚੰਡੀਗੜ੍ਹ ਵਾਲਾ ਕਥਾਵਾਚਕ ਬਹੁਤ ਬੇਈਮਾਨ ਹੈ, ਝੂਠਾ ਲਫੰਗਾ ਹੈਗਾ। ਹੁਣ ਤੁਹਾਡੇ ਮਨ ਦੇ ਵਿੱਚ ਬਹਿ ਗਈ ਇਹ ਗੱਲ, ਤੁਹਾਡੀ ਇਮੇਜ ਬਣ ਗਈ, ਮੇਰੀ ਇਮੇਜ ਤੁਹਾਡੇ ਅੰਦਰ ਇਹੋ ਜਿਹੀ ਬਣ ਗਈ। ਤਾਂ ਜਦੋਂ ਮੈਂ ਤੁਹਾਨੂੰ ਮਿਲਾਂਗਾ ਕਿਤੇ, ਤੁਹਾਨੂੰ ਪਤਾ ਲੱਗੇਗਾ ਕਿ ਉਹ ਮੋਹਰ ਸਿੰਘ ਹੈ, ਤਾਂ ਮੇਰੇ ਬਾਰੇ ਕੀ ਸੋਚੋਗੇ? ਇਹੀ ਸੋਚੋਗੇ ਕਿ ਬੇਈਮਾਨ ਹੈ। ਹਾਲਾਂਕਿ ਮੈਂ ਪਤਾ ਨਹੀਂ ਬੇਈਮਾਨ ਹਾਂ ਜਾਂ ਨਹੀਂ ਹਾਂ, ਲੇਕਿਨ ਤੁਸੀਂ ਐਵੇਂ ਸੋਚੋਗੇ, ਤੁਹਾਡੇ ਅੰਦਰ ਇਮੇਜ ਬਣ ਗਈ, ਜੋ ਤੁਸੀਂ ਸੁਣਿਆ ਮੰਨ ਲਿਆ, ਤੁਹਾਡੇ ਅੰਦਰ ਇਮੇਜ ਬਣ ਗਈ। ਦੂਜੇ ਨੰਬਰ ਤੇ ਤੁਹਾਨੂੰ ਕਿਸੇ ਨੇ ਕਹਿ ਦਿੱਤਾ ਵੀ ਮੋਹਰ ਸਿੰਘ ਚੰਡੀਗੜ੍ਹ ਵਾਲਾ ਕਥਾਵਾਚਕ ਬਹੁਤ ਇਮਾਨਦਾਰ ਹੈ, ਬੜਾ ਵਿਦਵਾਨ ਹੈ, ਜਾਂ ਚੰਗਾ ਹੈ, ਜਾਂ ਜੋ ਵੀ ਕੁਛ, ਤੁਹਾਡੇ ਅੰਦਰ ਇਮੇਜ ਮੇਰੀ ਬਣ ਗਈ ਚੰਗੇ ਦੀ। ਤਾਂ ਜਦੋਂ ਕਿਤੇ ਅਸੀਂ ਮਿਲਾਂਗੇ ਤੇ ਤੁਹਾਨੂੰ ਪਤਾ ਲੱਗੇਗਾ ਉਹ ਮੋਹਰ ਸਿੰਘ ਹੈ, ਤਾਂ ਤੁਸੀਂ ਸਪੈਸ਼ਲ ਪਤੇ ਬੁਲਾਉਣ ਲਈ ਆਓਗੇ ਵੀ ਇੰਨਾ ਚੰਗਾ ਬੰਦਾ ਮਿਲਣਾ ਚਾਹੀਦਾ। ਇਮੇਜ ਬਣ ਗਈ ਨਾ। ਤਾਂ ਅਸੀਂ ਜਿਹੋ ਜਿਹੀ ਇਮੇਜ ਬਿਨਾਂ ਸੋਚਣ ਤੋਂ ਕਿਸੇ ਦੀ ਬਣਾ ਲੈਂਦੇ ਹਾਂ, ਉਵੇਂ ਦੀ ਬਣ ਜਾਂਦੀ ਹੈ, ਔਰ ਉਵੇਂ ਦਾ ਅਸੀਂ ਉਹਦੇ ਨਾਲ ਵਿਹਾਰ ਕਰਨਾ, ਫਿਰ ਉਵੇਂ ਹੀ ਸਾਨੂੰ ਅੱਗੋਂ ਵਿਹਾਰ ਮਿਲਣਾ। ਇਸ ਲਈ ਜਦੋਂ ਵੀ ਕਿਸੇ ਦੀ ਇਮੇਜ ਬਣਾਓ, ਆਪਣੇ ਸਬ ਕੌਨਸ਼ੀਅਸ ਮਾਈਂਡ ਦੇ ਅੰਦਰ ਕੋਈ ਚੀਜ਼ ਲੈ ਕੇ ਜਾਓ, ਤਾਂ ਕੌਨਸ਼ੀਅਸ ਹੋ ਕੇ ਲਿਜਾਓ। ਐਵੇਂ ਕਿਸੇ ਦੀ ਇਮੇਜ ਨਾ ਬਣਾਓ, ਨਾ ਚੰਗੇ ਦੀ ਨਾ ਮਾੜੇ, ਕਿਉਂਕਿ ਫਿਰ ਤੁਹਾਡਾ ਵਿਹਾਰ ਉਵੇਂ ਦਾ ਹੋ ਜਾਏਗਾ। ਔਰ ਆਪਣੇ ਬਾਰੇ ਵੀ ਆਪਣੀ ਇਮੇਜ ਮਾੜੀ ਨਾ ਬਣਾਓ ਕਿ ਮੈਂ ਕੁਛ ਨਹੀਂ ਕਰ ਸਕਦਾ, ਮੈਨੂੰ ਤੇ ਸਮਝ ਨਹੀਂ, ਮੈਂ ਤੇ ਆਪਣੀ ਇਮੇਜ ਵਧੀਆ ਬਣਾਓ ਕਿ ਮੈਂ ਰੱਬ ਦੀ ਸਪੈਸ਼ਲ ਕ੍ਰੀਏਸ਼ਨ ਆ ਇਸ ਯੂਨੀਵਰਸ ਵਿੱਚ, ਔਰ ਹੈ ਵੀ ਸਪੈਸ਼ਲ ਹੋ। ਮੇਰਾ ਵਿਹਾਰ ਬਹੁਤ ਪਿਆਰਾ ਹੈ, ਇਹਨਾਂ ਨੂੰ ਮਨ ਬਚਨ ਕਰਮ ਕਰਕੇ ਫੋਲੋ ਕਰੋ। ਸੋਚੋ, ਅੰਦਰ ਇਹੋ ਜਿਹੀ ਫੀਲਿੰਗ ਲਓ, ਔਰ ਇਹੋ ਜਿਹਾ ਐਕਸ਼ਨ ਕਰੋ। ਫਾਰ ਐਗਜ਼ਾਮਪਲ ਮੈਂ ਕਹਿੰਦਾ, ਮੇਰੇ ਬੁੱਲਾਂ ਤੇ ਮੁਸਕਰਾਹਟ ਹੈ, ਇਹ ਮੇਰੇ ਚਿਹਰੇ ਵੱਲ ਦੇਖੋ ਸਾਰੇ, ਮੇਰੇ ਬੁੱਲਾਂ ਤੇ ਮੁਸਕਰਾਹਟ ਹੈ। ਹੁਣ ਮੈਂ ਮੁਸਕਰਾ ਰਿਹਾ, ਤੇ ਜੇ ਮੈਂ ਨਹੀਂ ਕਰਾਂ ਮੇਰੇ ਬੁੱਲਾਂ ਤੇ ਮੁਸਕਰਾਹਟ ਹੈ, ਤਾਂ ਇਹ ਤਾਂ ਮੁਸਕਰਾਹਟ ਨਹੀਂ ਲੈਗੀ ਕਿ ਮੈਂ ਮੁਸਕਰਾਹਟ ਰਿਹਾ ਵਾਂ, ਰੋ ਰਿਹਾ ਵਾਂ, ਅੰਦਰ ਫੀਲਿੰਗ ਭੈੜੀ ਲੈ ਰਿਹਾ। ਮਨ ਬਚਨ ਕਰਮ ਕਰਕੇ ਮੇਰੇ ਬੁੱਲਾਂ ਤੇ ਮੁਸਕਰਾਹਟ ਹੈ, ਅੰਦਰ ਫੀਲਿੰਗ ਲਓ, ਮੂੰਹ ਚੋਂ ਬੋਲੋ, ਬੁੱਲਾਂ ਤੇ, ਇਹਨੂੰ ਕਹਿੰਦੇ ਨੇ ਮਨ ਬਚਨ ਕਰਮ। ਜਦੋਂ ਤੁਸੀਂ ਐਵੇਂ 20 ਦਿਨ ਕਰੋਗੇ ਤਾਂ ਤੁਸੀਂ ਐਸੇ ਹੋ ਜਾਓਗੇ। ਡਾਕਟਰ ਸਰੂਪ ਸਿੰਘ ਮਰਵਾਹਾ ਨੇ ਪੁਸਤਕ ਲਿਖੀ ਹੈ, ਚਿੰਤਾ ਰੋਗ ਕਾਰਨ ਤੇ ਉਪਾਅ। ਉਹਦੇ ਵਿੱਚ ਉਹ ਲਿਖਦੇ ਨੇ ਵੀ ਕਿਸੇ ਵੀ ਭੈੜੀ ਤੋਂ ਭੈੜੀ ਆਦਤ ਨੂੰ ਡਿਲੀਟ ਕਰਕੇ ਨਵੀਂ ਆਦਤ ਬਣਾਉਣ ਵਾਸਤੇ ਸਾਨੂੰ 20 ਦਿਨ ਲੱਗਦੇ। ਜਿਹੜੀ ਚੀਜ਼ ਨੂੰ ਅਸੀਂ 20 ਵਾਰੀ ਬਾਰ-ਬਾਰ ਰਿਪੀਟ ਕਰਦੇ ਹਾਂ ਤਾਂ ਅਸੀਂ ਉਵੇਂ ਦੇ ਹੋ ਜਾਂਦੇ ਹਾਂ। ਇਸ ਲਈ ਆਪਣੇ ਵਾਸਤੇ ਸਵੇਰੇ ਉੱਠਦਿਆਂ ਸਾਰ ਸੋਚੋ ਕਿ ਮੈਨੂੰ ਰੱਬ ਨੇ ਖੁਸ਼ੀਆਂ ਭਰੀ ਜ਼ਿੰਦਗੀ ਬਖਸ਼ਿਸ਼ ਕੀਤੀ ਹੈ, ਮੇਰੇ ਚਿਹਰੇ ਤੇ ਨੂਰ, ਮੇਰੀਆਂ ਅੱਖਾਂ ਵਿੱਚ ਚਮਕ, ਮੇਰੇ ਬੁੱਲਾਂ ਤੇ ਮੁਸਕਰਾਹਟ, ਮੈਂ ਸਮੇਂ ਦਾ ਪਾਬੰਦ, ਮੈਂ ਐਨਰਜੀ ਦੇ ਨਾਲ ਭਰਿਆ ਹੋਇਆ, ਮੈਂ ਕਾਮਯਾਬ ਵਿਅਕਤੀ, ਮੈਂ ਸੁਖੀ, ਮੈਂ ਸ਼ਾਂਤ, ਮੈਂ ਰਿਲੈਕਸ, ਮੈਂ ਖੁਸ਼ ਪ੍ਰਸੰਨ। ਇਹ ਚੀਜ਼ਾਂ ਆਪਣੇ ਵਾਸਤੇ
ਸੋਚੋ ਤੁਸੀਂ ਐਵੇਂ ਦੇ ਹੋ ਜਾਓ। ਠੀਕ ਹੈ ਜੀ, ਧੰਨਵਾਦ ਜੀ, ਥੈਂਕ ਯੂ। ਧੰਨਵਾਦ ਜੀ। ਸਾਡੇ ਨਾਲ ਹਰਦੀਪ ਭੋਗਲ ਅਨਮਿਊਟ ਹੋਏ ਜੀ, ਤੁਸੀਂ ਗੱਲ ਕਰਨੀ ਤੇ ਕਰੋ ਜੀ। ਹਰਦੀਪ ਭੋਗਲ। नहीं जी सर, मिस्टेक ना हो गया, नो प्रॉब्लम। ਅੱਛਾ, ਕੋਈ ਗੱਲ ਨਹੀਂ ਜੀ। ਜਗਜੀਤ ਕੌਰ ਜੀ। जी भाई खालसा वाहिगुरू जी की फतेह। ਫਤਿਹ मैं ਮੇਰੀ ਭੈਣ। यूएसए तो ज्वाइन कर रही हूँ। ਧੰਨਵਾਦ ਭੈਣ। हाँ जी, मैंने कल ही पता लगा तो मैं आज तो मैं ज्वाइन कर लेनी हूँ। तो ਧੰਨਵਾਦ। थैंक यू जी, बहुत अच्छा लगा ਤੁਹਾਡੀ ਕਿਹੜੀ ਜਗ੍ਹਾ ਤੋਂ ਯੂਐਸ ਤੋਂ ਭੈਣ? ਬਾਲਟਿਮੋਰ, ਵਾਸ਼ਿੰਗਟਨ ਡੀਸੀ ਕੋਲ। ਅੱਛਾ, ਵਾਸ਼ਿੰਗਟਨ। ਵਾਹ ਜੀ ਵਾਹ। ਹਾਂਜੀ, ਧੰਨਵਾਦ ਭੈਣ, ਵੈਲਕਮ ਤੁਹਾਡਾ ਕਲਾਸ ਦੇ ਵਿੱਚ। ਥੈਂਕ ਯੂ ਜੀ। ਡੇਲੀ ਅਸੀਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਡੇਲੀ ਅਸੀਂ ਸਾਰੇ ਵੀਰ ਭੈਣਾਂ ਇਕੱਠੇ ਹੁੰਦੇ ਹਾਂ। ਹਾਂਜੀ, ਤਾਂ ਨਹੀਂ ਮੋਸਟ ਵੈਲਕਮ ਤੁਹਾਡਾ। ਥੈਂਕ ਯੂ। ਧੰਨਵਾਦ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਆਉਣ ਦਾ। ਤੇ ਸਾਡੇ ਨਾਲ ਨਰਿੰਦਰ ਸਿੰਘ ਜੀ ਆਪਣੇ USA ਤੋਂ, ਉਹ ਕੁਝ ਕਹਿਣਾ ਚਾਹੁੰਦੇ ਆ। ਹਾਂਜੀ ਹਾਂਜੀ, ਸਾਡੇ ਭੈਣ ਜੀ ਸਨ ਜੀ, ਜਗਜੀਤ ਕੌਰ ਭੈਣ ਜੀ। ਅੱਛਾ ਜੀ, ਅੱਛਾ ਤੁਹਾਡੀ, ਠੀਕ ਹੈ, ਬਹੁਤ ਵਧੀਆ ਕੀਤਾ। ਹਾਂਜੀ, ਬਹੁਤ ਮਜ਼ਾ ਆਇਆ ਜੀ। ਥੈਂਕ ਯੂ ਭਾਈ ਸਾਹਿਬ ਜੀ। ਦਾ, ਬਹੁਤ ਵਧੀਆ ਐਕਸਪਲੇਨ ਕੀਤਾ ਜੀ। ਥੈਂਕ ਯੂ ਜੀ। ਧੰਨਵਾਦ ਧੰਨਵਾਦ। ਠੀਕ ਹੈ ਜੀ, ਥੈਂਕ ਯੂ ਜੀ। ਅੱਛਾ ਜੀ, ਸਾਡੇ ਹੋਰ ਤਾਂ ਹੁਣ ਹੈ ਨਹੀਂ ਕੋਈ ਵੀ ਸਾਡੇ ਨਾਲ ਅਨਮਿਊਟ ਹੋਇਆ। ਸੌਰੀ ਇੱਕ ਮਿੰਟ ਜੀ, ਕੁਲਦੀਪ ਕੌਰ ਜੀ ਤੁਸੀਂ ਅਨਮਿਊਟ। ਹਾਂਜੀ ਗਿਆਨੀ ਜੀ, ਤੁਹਾਡਾ ਬਹੁਤ ਥੈਂਕ ਯੂ। ਐਂਡ ਡਾਕਟਰ ਚਾਵਲਾ ਤੇ ਉਹਨਾਂ ਦੀ ਵਾਈਫ ਆਈ ਹੈ, ਇਹਨਾਂ ਨੂੰ ਮੈਂ ਕਿਹਾ ਸੀ ਕਿ ਸਾਡੇ ਨਾਲ ਜੁੜਿਆ ਕਰੋ, ਇਹ ਵੀ ਡਾਕਟਰ ਨੇ। ਇਹਨਾਂ ਨੂੰ ਤਾਂ ਤੁਸੀਂ ਜਾਣਦੇ ਆ, ਗੁਰਦੁਆਰੇ ਆਉਂਦੇ ਆ। ਹਾਂਜੀ, ਸਾਰੇ ਜਾਣਦੇ ਜੀ ਇਹਨਾਂ ਨੂੰ। ਧੰਨਵਾਦ ਜੀ, ਵੈਲਕਮ ਇਹਨਾਂ ਦਾ, ਮੋਸਟ ਵੈਲਕਮ। ਹਾਂਜੀ ਹਾਂਜੀ, ਬਿਲਕੁਲ ਜੀ। ਰਵਿੰਦਰ ਸਾਹਿਬ ਤੁਸੀਂ ਫੇਰ ਅਨਮਿਊਟ ਹੋਏ ਆ, ਤੁਸੀਂ ਕੁਝ ਕਹਿਣਾ? ਹਾਂਜੀ, ਮੈਂ ਕਿਹਾ ਮੈਂ ਥੋੜਾ ਕੁਇਕਲੀ ਪੁੱਛ ਲਾਂ। ਜਿਹੜੇ ਤੁਸੀਂ ਇੱਕ ਲਾਈਨ ਅੱਗੇ ਮੈਂ ਜਿਹੜਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇਹਦੀ ਥੋੜੀ ਜਿਹੀ ਦੱਸੋਗੇ ਦਾ ਮੀਨਿੰਗ? ਮਨ ਤੋਂ ਜੋਤ ਸਰੂਪ ਹੈ। ਜੋਤ ਸਰੂਪ ਦਾ ਮਤਲਬ ਇਹ ਹੈਗਾ ਕਿ ਤੂੰ ਗਿਆਨ ਸਰੂਪ ਹੈ, ਤੂੰ ਗਿਆਨ ਦਾ ਮੁਜੱਸਮਾ ਹੈਗਾ, ਰੱਬ ਦਾ ਰੂਪ ਹੈਗਾ। ਤੂੰ ਸਮੁੰਦਰ ਦੇ ਵਿੱਚੋਂ ਨਿਕਲੀ ਹੋਈ ਇੱਕ ਬੂੰਦ ਹੈ ਔਰ ਤੇਰੇ ਅੰਦਰ ਸੰਭਾਵਨਾ ਹੈ ਸਮੁੰਦਰ ਹੋ ਜਾਣ ਦੀ। ਤਾਂ ਅਸੀਂ ਮਨ ਕਰਕੇ ਜਾਂ ਆਪਣੇ ਆਪ ਨੂੰ ਸਮਝ ਬੈਠੇ ਹਾਂ ਵੀ ਸ਼ਾਇਦ ਮੈਂ ਮਾਮੂਲੀ ਜਿਹਾ ਇਨਸਾਨ ਹਾਂ ਔਰ ਸਾਡੇ ਮਨ ਦੇ ਅੰਦਰ ਨੈਗੇਟਿਵਿਟੀ ਆਉਂਦੀ ਹੈ ਜਾਂ ਨੈਗੇਟਿਵ ਥਿੰਕਿੰਗ ਆਉਂਦੀਆਂ ਨੇ। ਤਾਂ ਸਾਨੂੰ ਗੁਰੂ ਜੀ ਸਮਝਾਉਣਾ ਚਾਹੁੰਦੇ ਨੇ ਵੀ ਆਪਣੇ ਅੰਦਰ ਪੋਸੀਬਿਲਿਟੀਜ਼ ਨੂੰ ਵੇਖੋ ਕਿ ਤੁਸੀਂ ਰੱਬ ਵਰਗੇ ਹੋ, ਤੁਸੀਂ ਰੱਬ ਵਰਗੇ ਹੋ ਸਕਦੇ ਹੋ। ਆਪਣੇ ਅੰਦਰੋਂ ਇਹ ਵਿਚਾਰ ਪੈਦਾ ਕਰੋ, ਆਪਣੇ ਅੰਦਰ ਇਹ ਵਿਚਾਰ ਪੈਦਾ ਕਰੋ, ਸੋਚੋ ਕਿ ਤੁਸੀਂ ਰੱਬ ਵਰਗੇ, ਔਰ ਹਕੀਕਤ ਹੈ ਰੱਬ ਵਰਗੇ ਹੈਗੇ ਆ। ਸਾਨੂੰ ਸਮਝਾਇਆ ਗਿਆ ਵੀ ਤੁਸੀਂ ਕੁਛ ਨਹੀਂ ਹੋ, ਪਰ ਅਸੀਂ ਇੱਕ ਬੂੰਦ ਹਾਂ। ਇੱਕ ਬੂੰਦ ਜਦੋਂ ਮਰਜ਼ੀ ਸਮੁੰਦਰ ਹੋ ਸਕਦੀ ਹੈ, ਪਰ ਸਮੁੰਦਰ ਕਦੋਂ ਹੋ ਸਕਦੀ? ਜਦੋਂ ਸਮੁੰਦਰ ਵਿੱਚ ਡਿੱਗੇ। ਥੋੜੀ ਜਿਹੀ ਮੈਂ 1-2 ਮਿੰਟ ਲਵਾਂਗਾ ਤੁਹਾਡੇ। ਕਈ ਵਾਰ ਨਾ ਸਾਨੂੰ ਕਿਹਾ ਜਾਂਦਾ ਵੀ ਤੁਸੀਂ ਰੱਬ ਨੂੰ ਪਾਓ, ਰੱਬ ਨੂੰ ਪਾਣਾ ਹੈ। ਦੇਖੋ, ਰੱਬ ਨੂੰ ਕਦੀ ਵੀ ਨਹੀਂ ਅਸੀਂ ਪਾ ਸਕਦੇ। ਰੀਜ਼ਨ ਕੀ ਹੈ ਕਿ ਮੈਂ ਇੱਕ ਬੂੰਦ ਹਾਂ, ਭਾਵੇਂ ਸਮੁੰਦਰ ਦਾ ਹਿੱਸਾ ਵਾਂ। ਤੇ ਜੇ ਮੈਂ ਬੂੰਦ ਇੱਕ ਚਾਹੇ ਕਿ ਮੈਂ ਸਮੁੰਦਰ ਨੂੰ ਪਾਣਾ ਹੈ, ਤਾਂ ਬੂੰਦ ਸਮੁੰਦਰ ਨੂੰ ਕਦੇ ਪਾ ਨਹੀਂ ਸਕੇਗੀ, ਕਿਉਂਕਿ ਬੂੰਦ ਇੰਨੀ ਕੁ ਹੈ, ਸਮੁੰਦਰ ਏਡਾ ਵੱਡਾ, ਉਹਦੇ ਚ ਕਦੇ ਸਮਾ ਨਹੀਂ ਸਕਦਾ। ਤੇ ਜੇ ਕਿਸੇ ਮੰਤਰ ਜੰਤਰ ਪੜ੍ਹ ਕੇ ਸਮੁੰਦਰ ਨੂੰ ਬੂੰਦ ਦੇ ਵਿੱਚ ਪਾ ਦਿੱਤਾ ਜਾਏ ਤਾਂ ਉਹ ਸਮੁੰਦਰ ਨਹੀਂ ਰਹਿਣਾ, ਉਹ ਬੂੰਦ ਬਣ ਜਾਏਗਾ। ਤੇ ਐਸਾ ਇੰਪੋਸੀਬਲ ਹੈ, ਕਦੇ ਹੋਣਾ ਨਹੀਂ। ਤਾਂ ਬੂੰਦ ਕਦੇ ਸਮੁੰਦਰ ਨੂੰ ਨਹੀਂ ਪਾ ਸਕਦੀ, ਪਰ ਇੱਕ ਪੋਸੀਬਿਲਿਟੀ ਹੈ ਕਿ ਬੂੰਦ ਜਦੋਂ ਮਰਜ਼ੀ ਸਮੁੰਦਰ ਹੋ ਸਕਦੀ ਹੈ। ਜੇ ਉਹ ਸਮੁੰਦਰ ਦੇ ਵਿੱਚ ਬੂੰਦ ਨੂੰ ਪਾ ਦਿੱਤਾ ਜਾਏ, ਉਹ ਸਮੁੰਦਰ ਹੋ ਸਕਦੀ ਹੈ। ਤਾਂ ਗੁਰੂ ਜੀ ਸਾਨੂੰ ਕਹਿ ਰਹੇ ਨੇ ਵੀ ਜੋਤ ਸਰੂਪ ਦਾ ਤੂੰ ਹਿੱਸਾ ਹੈ ਰੱਬ ਦਾ, ਆਪਣੇ ਆਪ ਨੂੰ ਰੱਬ ਵਿੱਚ ਮਿਲਾ ਕੇ ਰੱਬ ਵਰਗਾ ਹੋ ਜਾ। ਪੋਸੀਬਲ। ਠੀਕ ਹੈ ਜੀ, ਮਿਹਰਬਾਨੀ। ਪੁਨੀਤ ਕੌਰ ਜੀ ਅਨਮਿਊਟ ਹੋਏ ਸੀਗੇ, ਪਰ ਉੱਥੇ ਥੋੜਾ ਜਿਹਾ ਰੌਲਾ ਪੈਂਦਾ ਸੀ। ਜੇ ਪੁਨੀਤ ਕੌਰ ਜੀ ਤੁਸੀਂ ਕੁਝ ਪੁੱਛਣਾ ਤਾਂ ਤੁਸੀਂ ਅਨਮਿਊਟ ਹੋ ਜਾਓ। ਤੇ ਉਹ ਤੇ ਬਿਨਾਂ ਹੋਰ ਤਾਂ ਸਾਰੇ ਸਾਇਲੈਂਟ ਹੀ ਜੀ। ਅੱਜ ਇਹਦਾ ਮਤਲਬ ਇੰਨਾ ਹੀ ਹੈ ਜੀ ਵੀ ਸਾਰਿਆਂ ਨੂੰ ਸਮਝ ਆ ਗਈ ਹੈ। ਅੱਜ ਤੁਸੀਂ ਕੋਈ ਕਸਰ ਨਹੀਂ ਛੱਡੀ, ਹਮੇਸ਼ਾ ਦੀ ਤਰ੍ਹਾਂ। ਤੇ ਹੋਰ ਕੋਈ ਕੁਐਸਚਨ ਮੇਰਾ ਖਿਆਲ ਕਿਸੇ ਨੂੰ ਪੁੱਛਣ ਵਾਲਾ ਹੈ ਨਹੀਂ। ਤਾਂ ਅਸੀਂ ਇੱਥੇ ਸਮਾਪਤੀ ਕਰ ਦਿੰਦੇ ਜੀ, ਤੇ ਆਪਾਂ ਕੱਲ ਨੂੰ ਮੁੜ ਕੇ ਫੇਰ ਆਵਾਂਗੇ ਜੀ ਇਸੇ ਪਲੇਟਫਾਰਮ ਤੇ। ਕੱਲ ਨੂੰ 2 ਵਜੇ ਸਾਰੇ ਜਣੇ ਜੁਆਇਨ ਕਰਨਾ ਭੁੱਲਣਾ ਨਹੀਂ ਜੀ। ਤੇ ਇੱਥੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।